हाँ जी दोस्तों, स्वागत करते हैं ਤੁਹਾਡਾ ਸਾਡੇ ਇਸ YouTube ਟੀਚਿੰਗ ਲਰਨਿੰਗ ਪਲੇਟਫਾਰਮ ਦੇ ਉੱਪਰ। ਤਾਂ ਦੋਸਤੋ ਅਸੀਂ ਆਪਣੀ ਸੀਰੀਜ਼ ਦੇ ਵਿੱਚ ਅੱਜ ਇੱਕ ਨਵਾਂ ਚੈਪਟਰ ਹੈ ਜਿਹੜਾ 3rd ਚੈਪਟਰ ਫਸਟ ਤੇ ਸੈਕੰਡ ਚੈਪਟਰ ਅਸੀਂ ਡਿਸਕਸ ਕਰ ਚੁੱਕੇ ਸੀਗੇ। ਤਾਂ ਅੱਜ ਅਸੀਂ 3rd ਚੈਪਟਰ ਜਿਹੜਾ ਸਾਡਾ ਡਿਸਕਸ ਕਰਾਂਗੇ ਦੈਟ ਇਜ਼ ਰਿਲੇਟਡ ਵਿਦ ਕਰੀਅਰ ਇਨ ਫਿਜ਼ੀਕਲ ਐਜੂਕੇਸ਼ਨ। ਪੰਜਾਬੀ ਦੇ ਵਿੱਚ ਅਸੀਂ ਇਹਨੂੰ ਕਹਾਂਗੇ ਸਰੀਰਕ ਸਿੱਖਿਆ ਦੇ ਵਿੱਚ ਕਿੱਤੇ। ਇਸ ਚੈਪਟਰ ਦੇ ਬੇਸਿਕਲੀ ਦੋ ਪਾਰਟ ਨੇ, ਇੱਕ ਸਰੀਰਕ ਸਿੱਖਿਆ ਦੇ ਵਿੱਚ ਕਿੱਤੇ ਕਿਹੜੇ-ਕਿਹੜੇ ਨੇ, ਕਰੀਅਰ ਕਿਹੜੇ-ਕਿਹੜੇ ਨੇ, ਸੈਕੰਡ ਹੈਗਾ ਜੀ ਸਪੋਰਟਸ ਅਵਾਰਡ ਕਿਹੜੇ-ਕਿਹੜੇ ਨੇ। ਤਾਂ ਅਸੀਂ ਜਸਟ ਅੱਜ ਇੱਕੋ ਪਾਰਟ ਹੈ ਜਿਹੜਾ ਕੰਪਲੀਟ ਕਰਨਾ ਉਹ ਹੈਗਾ ਕਰੀਅਰ ਇਨ ਫਿਜ਼ੀਕਲ ਐਜੂਕੇਸ਼ਨ। ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਕਰੀਅਰ ਕਿਹੜੇ-ਕਿਹੜੇ ਹੈਗੇ ਨੇ। ਤਾਂ 3rd ਚੈਪਟਰ ਹੈਗਾ ਜੀ 12th ਕਲਾਸ ਦਾ। ਤਾਂ ਅਸੀਂ ਥੋੜਾ ਜਿਹਾ ਹਿਸਟੋਰੀਕਲ ਬੈਕਗਰਾਉਂਡ ਦੇਖਾਂਗੇ ਹੈ ਨਾ, ਆਜ਼ਾਦੀ ਤੋਂ ਪਹਿਲਾਂ ਕੀ ਕੁਝ ਸੀਗਾ। ਬੇਸਿਕਲੀ ਅਸੀਂ ਤਾਂ ਜਿਹੜਾ ਅੱਜ ਪ੍ਰੈਜ਼ੈਂਟ ਟਾਈਮ ਦੇ ਵਿੱਚ ਕੋਰਸ ਚੱਲ ਰਹੇ ਨੇ ਜ਼ਿਆਦਾ ਮੈਟਰ ਜਿਹੜਾ ਸਾਡਾ ਉਹਦੇ ਨਾਲ ਹੀ ਕੰਸਰਨ ਰਹੇਗਾ। ਤਾਂ ਜੇਕਰ ਅਸੀਂ ਦੇਖੀਏ ਜੀ ਹਿਸਟਰੀ ਆਫ ਫਿਜ਼ੀਕਲ ਐਜੂਕੇਸ਼ਨ ਇਨ ਇੰਡੀਆ, ਤਾਂ ਬੇਸਿਕਲੀ ਅੰਗਰੇਜ਼ਾਂ ਦੇ ਆਉਣ ਨਾਲ ਸ਼ੁਰੂ ਹੁੰਦੀ ਹੈ। ਬਹੁਤ ਸਾਰੀਆਂ ਬਾਲ ਗੇਮਸ ਨੇ ਜਿਹੜੀਆਂ ਉਹ ਵੀ ਅੰਗਰੇਜ਼ਾਂ ਦੇ ਆਉਣ ਦੇ ਨਾਲ ਸ਼ੁਰੂ ਹੋਈਆਂ। ਤਾਂ ਜਿਹੜੇ ਗੋਰਿਆਂ ਨੇ ਸਕੂਲ ਖੋਲ੍ਹੇ ਇੰਡੀਆ ਦੇ ਵਿੱਚ ਬੇਸਿਕਲੀ, ਕਿਉਂਕਿ ਗੋਰੇ ਸੀ ਜਿਹੜੇ ਇੱਧਰ ਰਹਿ ਰਹੇ ਸੀ, ਉਹਨਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਸੀ। ਤਾਂ ਮੋਸਟਲੀ ਜਿੰਨਾ ਵੀ ਕੰਮ ਉਹਨਾਂ ਨੇ ਕੀਤਾ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਕੀਤਾ। ਸਾਡੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਉਹਨਾਂ ਨੇ ਬਹੁਤ ਘੱਟ ਜਿਹੜਾ ਕੰਮ ਸੀਗਾ ਕੀਤਾ ਸੀ। ਉਹਨਾਂ ਨੇ ਆਪਣੇ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਬਹੁਤ ਜ਼ਿਆਦਾ ਕੰਮ ਕੀਤਾ ਸੀ। ਇਸੇ ਲੜੀ ਦੇ ਵਿੱਚ ਉਹਨਾਂ ਨੇ 1920 ਦੇ ਵਿੱਚ ਇੱਕ ਕਾਲਜ ਦੀ ਸਥਾਪਨਾ ਕੀਤੀ, ਇੰਸਟੀਚਿਊਟ ਦੀ ਸਥਾਪਨਾ ਕੀਤੀ ਸੀ, YMCA ਦੈਟ ਇਜ਼ ਯੰਗ ਮੈਨ ਕ੍ਰਿਸਚੀਅਨ ਐਸੋਸੀਏਸ਼ਨ। ਤਾਂ 1920 ਦੇ ਵਿੱਚ ਸਥਾਪਨਾ ਕੀਤੀ ਗਈ ਸੀ ਜੀ। ਹੈਰੀ ਕਰੋਬਕ ਜਿਹਨੂੰ ਕਿਹਾ ਜਾਂਦਾ ਫਾਦਰ ਆਫ ਫਿਜ਼ੀਕਲ ਐਜੂਕੇਸ਼ਨ ਇਨ ਇੰਡੀਆ, ਭਾਰਤ ਦੇ ਵਿੱਚ ਸਰੀਰਕ ਸਿੱਖਿਆ ਦਾ ਪਿਤਾਮਾ ਹੈਰੀ ਕਰੋਬਕ, HC ਬਕ ਨੂੰ ਕਿਹਾ ਜਾਂਦਾ। 1920 ਦੇ ਵਿੱਚ ਉਹਨਾਂ ਨੇ ਸਥਾਪਨਾ ਕੀਤੀ ਸੀ ਜੀ YMCA ਦੀ। ਤਾਂ ਉਹਨਾਂ ਨੇ ਬੇਸਿਕਲੀ 5-6 ਮਹੀਨੇ ਦਾ ਇੱਕ ਕੋਰਸ ਹੈ ਜਿਹੜਾ ਉਹਨਾਂ ਨੇ ਥਿਓਰੈਟੀਕਲ ਐਂਡ ਪ੍ਰੈਕਟੀਕਲੀ ਇੰਟਰੋਡਿਊਸ ਕੀਤਾ ਫਿਜ਼ੀਕਲ ਐਜੂਕੇਸ਼ਨ। ਉਹਨਾਂ ਤੋਂ ਪਹਿਲਾਂ 1913 ਦੇ ਵਿੱਚ ਹਨੂੰਮਾਨ ਵਿਆਮ ਪ੍ਰਸਾਰਕ ਮੰਡਲ ਸੀ ਜਿਹੜਾ, ਉਹਦੀ ਵੀ ਸਥਾਪਨਾ ਹੋ ਚੁੱਕੀ ਸੀ। ਉੱਥੇ ਬੇਸਿਕਲੀ ਜਿਹੜੀਆਂ ਪ੍ਰੈਕਟੀਕਲ ਐਕਟੀਵਿਟੀਜ਼ ਸੀ ਉਹ ਕਰਵਾਈਆਂ ਜਾਂਦੀਆਂ ਸੀ, ਪਰ ਥਿਓਰੈਟੀਕਲ ਜਿਹੜਾ ਬੇਸ ਸੀ ਉਹ ਸਟਰੋਂਗ ਕਰਨ ਦਾ ਜਿਹੜਾ ਮੇਨ ਕੰਮ ਇੰਡੀਆ ਦੇ ਵਿੱਚ ਕੀਤਾ ਉਹ ਹੈਰੀ ਕਰੋਬਕ ਨੇ ਕੀਤਾ ਸੀ 1920 ਦੇ ਵਿੱਚ YMCA ਦੀ ਸਥਾਪਨਾ ਕਰਕੇ। ਉਸ ਤੋਂ ਬਾਅਦ YWCA ਯੰਗ ਵੂਮੈਨ ਕ੍ਰਿਸਚੀਅਨ ਐਸੋਸੀਏਸ਼ਨ ਦੀ ਵੀ ਸਥਾਪਨਾ ਹੁੰਦੀ ਹੈ। ਤਾਂ ਉਸ ਤੋਂ ਬਾਅਦ ਅਸੀਂ ਦੇਖੀਏ ਕਿ ਹੌਲੀ ਹੌਲੀ ਕਰਕੇ ਉਹਨਾਂ ਨੇ ਹੋਰ ਬਹੁਤ ਸਾਰੇ ਇੰਸਟੀਚਿਊਟ ਖੋਲ੍ਹਤੇ। ਚੇਨਈ ਦੇ ਵਿੱਚ ਇੱਕ ਕਾਲਜ ਸੀਗਾ ਜਿਹੜਾ ਫਿਜ਼ੀਕਲ ਐਜੂਕੇਸ਼ਨ ਦਾ, ਉਹ ਵੀ ਖੋਲ੍ਹਿਆ ਗਿਆ। ਅਤੇ ਜੇਕਰ ਅਸੀਂ ਸਾਡੇ ਵਾਲੀ ਸਾਈਡ ਗੱਲ ਕਰੀਏ ਤਾਂ ਬਿਫੋਰ ਇੰਡੀਪੈਂਡੈਂਸ ਜਿਹੜਾ ਇੱਕ ਕਾਲਜ ਸੀਗਾ ਮਾਉਂਟੇਸਰੀ ਪਾਰਕ ਲਾਹੌਰ ਦੇ ਵਿੱਚ, ਫਿਜ਼ੀਕਲ ਐਜੂਕੇਸ਼ਨ ਦਾ ਕਾਲਜ ਸੀ ਜਿਹੜਾ ਉਹ ਖੋਲ੍ਹਿਆ ਗਿਆ। ਤਾਂ ਹੁਣ ਉਹ ਕਾਲਜ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਕੋਰਸ ਹੈ ਜਿਹੜਾ ਉਹ ਕਰਵਾਇਆ ਜਾਂਦਾ ਸੀ 6 ਮੰਥਸ ਔਰ 1 ਈਅਰ ਹੈ ਨਾ। ਤਾਂ 6 ਮਹੀਨੇ ਦਾ 1 ਸਾਲ ਦਾ ਕੋਰਸ ਹੁੰਦਾ ਸੀ, ਕਿਉਂਕਿ ਹਾਲੇ ਕੋਈ ਵੀ ਕੋਰਸ ਸੀ ਜਿਹੜੇ ਇੰਨੇ ਡਿਵੈਲਪ ਉਸ ਟਾਈਮ 'ਤੇ ਨਹੀਂ ਹੋਏ ਸੀਗੇ। ਹੁਣ ਉਸ ਤੋਂ ਬਾਅਦ ਜੀ ਬਟਵਾਰਾ ਹੁੰਦੇ 1947 ਦੀ ਹੈ ਨਾ। ਬਟਵਾਰਾ ਹੋਣ ਤੋਂ ਬਾਅਦ ਜਿਹੜਾ ਜਿੰਨਾ ਵੀ ਅਸੀਂ ਸਿਸਟਮ ਡਿਵੈਲਪ ਕੀਤਾ ਸੀ ਪੰਜਾਬ ਦੇ ਵਿੱਚ, ਤਾਂ ਪੰਜਾਬ ਦਾ ਮੋਸਟ ਪਾਰਟ ਸੀ ਜਿਹੜਾ ਉਹ ਕਿੱਧਰ ਚਲਾ ਗਿਆ, ਸਾਡਾ ਪਾਕਿਸਤਾਨ ਕੋਲ ਚਲਾ ਗਿਆ। ਹੁਣ ਜਿਹੜਾ ਸਾਡਾ ਕਾਲਜ ਲਾਹੌਰ ਦੇ ਵਿੱਚ ਖੋਲ੍ਹਿਆ ਸੀ ਉਹ ਵੀ ਕਿੱਥੇ ਚਲਾ ਗਿਆ, ਪਾਕਿਸਤਾਨ ਕੋਲ ਚਲਾ ਗਿਆ। ਸਾਡੇ ਇੰਡੀਆ ਦੇ ਵਿੱਚ ਕੋਈ ਵੀ ਇੰਸਟੀਚਿਊਟ ਫਿਜ਼ੀਕਲ ਐਜੂਕੇਸ਼ਨ ਦਾ ਨਹੀਂ ਰਿਹਾ। ਉਸ ਤੋਂ ਬਾਅਦ ਫਿਰ ਐਜੂਕੇਸ਼ਨ ਕਮਿਸ਼ਨ ਸੀ ਜਿਹੜੇ, ਉਹਨਾਂ ਦਾ ਆਉਣਾ ਸਟਾਰਟ ਹੁੰਦਾ 1948 ਦੇ ਵਿੱਚ ਐਜੂਕੇਸ਼ਨ ਕਮਿਸ਼ਨ ਆਉਂਦਾ। ਤਾਂ ਜਿਹੜਾ ਯੂਨੀਵਰਸਿਟੀ ਐਜੂਕੇਸ਼ਨ ਕਮਿਸ਼ਨ ਹੁੰਦਾ ਉਹ ਦੇਖਦੇ ਨੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਕਿਵੇਂ ਐਸਟੈਬਲਿਸ਼ ਕਰਨੀਆਂ ਨੇ। ਤਾਂ ਉਹਨਾਂ ਦੇ ਤਹਿਤ 1952 ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਕਾਲਜ ਹੈ ਜਿਹੜਾ ਉਹ ਐਸਟੈਬਲਿਸ਼ ਕੀਤਾ ਜਾਂਦਾ ਜੀ ਰੋਪੜ ਵਿਖੇ। ਤਾਂ ਪਹਿਲਾ ਕਾਲਜ ਸੀ ਜਿਹੜਾ ਉਹ ਆਜ਼ਾਦ ਭਾਰਤ ਦਾ ਰੋਪੜ ਵਿਖੇ ਸਰੀਰਕ ਸਿੱਖਿਆ ਕਾਲਜ ਸੀ ਜਿਹੜਾ ਉਹ ਐਸਟੈਬਲਿਸ਼ ਕੀਤਾ ਗਿਆ। ਉਸ ਤੋਂ ਬਾਅਦ ਉਸ ਕਾਲਜ ਨੂੰ 58 ਤੱਕ ਉੱਥੇ ਚੱਲਦਾ ਰੋਪੜ ਵਿਖੇ, ਪਰ 1958 ਦੇ ਵਿੱਚ ਉਹਨੂੰ ਸ਼ਿਫਟ ਕਰ ਦਿੱਤਾ ਜਾਂਦਾ ਜੀ ਪਟਿਆਲੇ, ਗੌਰਮੈਂਟ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਪਟਿਆਲਾ। ਤੇ ਅੱਜ ਕੱਲ੍ਹ ਉਸ ਦਾ ਨਾਮ ਹੈਗਾ ਪ੍ਰੋਫੈਸਰ ਗੁਰਸੇਵਕ ਸਿੰਘ ਫਿਜ਼ੀਕਲ ਐਜੂਕੇਸ਼ਨ ਕਾਲਜ ਪਟਿਆਲਾ। ਤਾਂ 1958 ਦੇ ਵਿੱਚ ਐਸਟੈਬਲਿਸ਼ ਹੋਇਆ ਸੀਗਾ ਜੀ ਉਹ ਕਾਲਜ। ਤੇ ਉਸ ਤੋਂ ਬਾਅਦ 1957 ਦੇ ਵਿੱਚ ਲక్ష్ਮੀ ਬਾਈ ਨੈਸ਼ਨਲ ਜਿਹੜੀ ਯੂਨੀਵਰਸਿਟੀ ਹੈਗੀ ਹੈ ਉਹ ਐਸਟੈਬਲਿਸ਼ ਕੀਤੀ ਗਈ ਗਵਾਲੀਅਰ ਵਿਖੇ। ਉੱਥੇ BPE ਕੋਰਸ ਸੀ ਜਿਹੜਾ ਇੱਕ ਡਿਗਰੀ ਸੀ ਜਿਹੜੀ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਉਹ ਇੰਟਰੋਡਿਊਸ ਕੀਤੀ ਗਈ।
ਤਾਂ ਇਹ ਦੋ ਇੰਸਟੀਚਿਊਟ ਸੀ। ਉਸ ਤੋਂ ਬਾਅਦ ਹੁਣ ਤਾਂ ਬਹੁਤ ਸਾਰੇ ਹੋਰ ਇੰਸਟੀਚਿਊਟਸ ਨੇ ਜਿਹੜੇ ਸੈਂਕੜੇ ਕਾਲਜ ਨੇ ਇੰਡੀਆ ਦੇ ਵਿੱਚ ਖੁੱਲ੍ਹ ਚੁੱਕੇ ਨੇ। ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਕਾਲਜ ਖੁੱਲ੍ਹ ਚੁੱਕੇ ਗਏ ਨੇ। ਮਸਤੂਆਣਾ ਸਾਹਿਬ ਕਾਲਜ ਹੈਗਾ, ਚੁੱਪੀ ਕਾਲਜ ਹੈਗਾ, ਕਲਿਆਣ ਕਾਲਜ ਹੈਗਾ, ਭਾਗੂ ਮਾਜਰਾ ਕਾਲਜ ਹੈਗਾ, ਮਾਲਵਾ ਕਾਲਜ ਬਠਿੰਡਾ ਹੈਗਾ ਨਾ। ਬਹੁਤ ਸਾਰੇ ਕਾਲਜ ਨੇ ਜਿਹੜੇ ਹੁਣ ਤਾਂ ਉਹ ਖੁੱਲ੍ਹ ਚੁੱਕੇ ਨੇ ਫਿਜ਼ੀਕਲ ਐਜੂਕੇਸ਼ਨ ਦੇ। ਪਰ ਉਸ ਟਾਈਮ ਤੇ ਜਿਹੜਾ ਇੱਕੋ ਕਾਲਜ ਸੀਗਾ ਪ੍ਰੋਫੈਸਰ ਗੁਰਸੇਵਕ ਸਿੰਘ ਕਾਲਜ, ਜਿਹੜਾ ਕਿ 1958 ਦੇ ਵਿੱਚ ਸਟੈਬਲਿਸ਼ ਕੀਤਾ ਗਿਆ ਸੀਗਾ। ਹੁਣ ਜੇਕਰ ਅਸੀਂ ਅਗਲੀ ਗੱਲ ਕਰੀਏ ਕਿ ਇਹਨਾਂ ਕਾਲਜਾਂ ਨੂੰ ਸਟੈਬਲਿਸ਼ ਕਰਨ ਦਾ ਜਿਹੜਾ ਮੇਨ ਮਕਸਦ ਸੀਗਾ ਉਹ ਸੀਗਾ ਕਿ ਇੱਥੋਂ ਸਰੀਰਕ ਸਿੱਖਿਆ ਦੇ ਅਧਿਆਪਕ ਨੇ ਜਿਹੜੇ ਉਹ ਤਿਆਰ ਕੀਤੇ ਜਾਣ ਤਾਂ ਕਿ ਉਹ ਸਕੂਲਾਂ ਦੇ ਵਿੱਚ ਜਾ ਕੇ ਚੰਗੇ ਖਿਡਾਰੀ ਨੇ ਜਿਹੜੇ ਉਹ ਪੈਦਾ ਕਰ ਸਕਣ। ਤਾਂ ਇਸੇ ਮਕਸਦ ਦੇ ਨਾਲ ਇਹ ਜਿਹੜੇ ਕਾਲਜ ਸੀਗੇ ਜਿਹੜੇ ਖੋਲ੍ਹੇ ਗਏ ਸੀਗੇ। ਤਾਂ ਇਹਨਾਂ ਕਾਲਜਾਂ ਦੇ ਵਿੱਚ ਕਿਹੜੇ-ਕਿਹੜੇ ਕੋਰਸ ਸ਼ੁਰੂ ਹੋਏ, ਅੱਜ ਕਿਹੜੇ-ਕਿਹੜੇ ਕੋਰਸ ਕਰਵਾਏ ਜਾ ਰਹੇ ਨੇ, ਉਹਨਾਂ ਬਾਰੇ ਆਪਾਂ ਡਿਟੇਲ 'ਚ ਕਰਾਂਗੇ। ਦੂਸਰਾ ਹੈਗਾ ਸੀਗਾ ਇੱਕ ਤਾਂ ਇਹ ਕਾਲਜ ਐਸਟੈਬਲਿਸ਼ ਕੀਤਾ ਗਿਆ। ਦੂਸਰਾ 1961 ਦੇ ਵਿੱਚ ਇੱਕ ਕਾਲਜ ਸਪੋਰਟਸ ਦਾ ਜਿਹਨੂੰ ਮੱਕਾ ਕਿਹਾ ਜਾਂਦਾ ਹੈ, NSNIS ਨੈਸ਼ਨਲ ਸਪੋਰਟਸ ਇੰਸਟੀਚਿਊਟ ਨੇਤਾ ਜੀ ਸੁਭਾਸ਼ ਚੰਦਰ ਨਾ, ਉਹ ਖੋਲ੍ਹਿਆ ਗਿਆ। ਤਾਂ ਜਿਹਨੂੰ ਅਸੀਂ ਸ਼ਾਰਟਲੀ NIS ਦੇ ਨਾਮ ਨਾਲ ਜਾਣਦੇ ਹਾਂ ਨਾ, ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ। ਤਾਂ ਏਸ਼ੀਆ ਦਾ ਮੱਕਾ ਕਿਹਾ ਜਾਂਦਾ ਕਿਉਂਕਿ ਕੋਚ ਤਿਆਰ ਕਰਨ ਦੀ ਸਭ ਤੋਂ ਵੱਡੀ ਨਰਸਰੀ ਹੈ ਜਿਹੜੀ ਉਹ ਸਾਡੇ ਪਟਿਆਲਾ ਵਿਖੇ ਹੈ। ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਕਿਹਾ ਜਾਂਦਾ। 1961 ਦੇ ਵਿੱਚ ਇਸਟੈਬਲਿਸ਼ ਹੋਇਆ ਸੀ, ਜਿੱਥੇ ਬੇਸਿਕਲੀ ਕੋਚ ਤਿਆਰ ਕੀਤੇ ਜਾਂਦੇ ਨੇ ਕਿਸੇ ਵੀ ਖਿਡਾਰੀਆਂ ਨੂੰ ਪੋਲਿਸ਼ ਕਰਨ ਦੇ ਲਈ। ਤਾਂ ਅਸੀਂ ਬਿਲਕੁਲ ਬੇਸਿਕ ਤੋਂ ਸ਼ੁਰੂ ਕਰਾਂਗੇ ਕਿ ਜੇਕਰ ਤੁਸੀਂ +2 ਕਰਨ ਤੋਂ ਬਾਅਦ ਕੋਰਸ ਕਰਨਾ, ਕਿਹੜਾ ਕੋਰਸ ਕਰ ਸਕਦੇ ਹੋ, ਉਹਦੀ ਐਲੀਜੀਬਿਲਿਟੀ ਕੀ ਹੈਗੀ ਹੈ, ਐਸ ਵੈਲ ਐਸ ਤੁਸੀਂ ਕਿਹੜੀ ਨੌਕਰੀ ਲੈ ਸਕਦੇ ਹੋ ਉਹਨੂੰ ਕਰਨ ਤੋਂ ਬਾਅਦ। ਤਾਂ ਸਭ ਤੋਂ ਪਹਿਲਾ ਜਿਹੜਾ ਕੋਰਸ ਹੈਗਾ ਜਿਹਦੀ ਗੱਲ ਕਰਾਂਗੇ ਅਸੀਂ, ਉਹ ਸਾਡੇ ਕੋਲ ਹੈਗਾ CPED। ਅੱਜ ਕੱਲ੍ਹ ਇਸ ਦਾ ਨਾਮ ਚੇਂਜ ਹੋ ਗਿਆ ਜੀ DPED। ਤਾਂ ਇਹ ਕੋਰਸ ਹੈ ਜੀ, ਜਿਹੜਾ ਇਹ ਕੋਰਸ ਜਦੋਂ ਸਟਾਰਟ ਹੋਇਆ ਸੀਗਾ ਤਾਂ ਪਹਿਲਾਂ ਬੇਸਿਕਲੀ ਇਹ ਸੀਗਾ ਕਿ 12th ਤੇ ਜਿਹੜੀ 12ਵੀਂ ਕਲਾਸ ਪਹਿਲਾਂ ਨਹੀਂ ਹੁੰਦੀ ਸੀਗੀ। ਤਾਂ ਪਹਿਲਾਂ ਜਦੋਂ ਸਟਾਰਟਿੰਗ ਦੇ ਵਿੱਚ ਇੰਡੀਆ ਆਜ਼ਾਦ ਹੋਇਆ, ਜਦੋਂ ਕਿਤੇ ਕੋਰਸ ਚੱਲੇ ਹੋਣਗੇ ਤਾਂ 10ਵੀਂ ਦੇ ਬੇਸ ਤੇ ਵੀ ਚੱਲਦੇ ਸੀ। ਪਰ ਜੇਕਰ ਅਸੀਂ ਅੱਜ ਦੇ ਟਾਈਮ ਦੀ ਗੱਲ ਕਰਦੇ ਹਾਂ ਤਾਂ ਜੇਕਰ ਤੁਸੀਂ CPED ਜਾਂ DPED ਕਰਨੀ ਆ ਤਾਂ ਇਹਦੇ ਲਈ ਜਿਹੜੀ ਤੁਹਾਡੀ ਯੋਗਤਾ ਹੈਗੀ ਆ, ਇਹਦੇ ਲਈ ਜਿਹੜੀ ਤੁਹਾਡੀ ਯੋਗਤਾ ਹੈਗੀ ਆ ਉਹ ਹੈਗੀ ਆ +2। ਤੁਸੀਂ +2 ਕੀਤੀ ਹੋਣੀ ਚਾਹੀਦੀ ਹੈ। ਇਹਨੂੰ ਪਹਿਲਾਂ ਸੀ ਜਿਹੜਾ 2012-13 ਤੋਂ ਪਹਿਲਾਂ ਇਹਨੂੰ CPED ਕਿਹਾ ਜਾਂਦਾ ਸੀਗਾ, ਤੇ ਅੱਜ ਕੱਲ੍ਹ ਇਹਨੂੰ DPED ਬੋਲਿਆ ਜਾਂਦਾ। CPED ਦਾ ਮੀਨਿੰਗ ਹੈਗਾ ਸੀ ਸਰਟੀਫਿਕੇਟ ਕੋਰਸ ਆਫ ਫਿਜ਼ੀਕਲ ਐਜੂਕੇਸ਼ਨ। CPED ਦੀ ਫੁੱਲ ਫਾਰਮ ਸੀ ਜੀ ਸਰਟੀਫਿਕੇਟ ਕੋਰਸ ਆਫ ਫਿਜ਼ੀਕਲ ਐਜੂਕੇਸ਼ਨ। ਪਹਿਲਾਂ 1 ਸਾਲ ਦਾ ਹੁੰਦਾ ਸੀ, ਬਾਅਦ ਦੇ ਵਿੱਚ 2 ਸਾਲ ਦਾ ਕਰ ਦਿੱਤਾ ਗਿਆ। DPED ਡਿਪਲੋਮਾ ਇਨ ਫਿਜ਼ੀਕਲ ਐਜੂਕੇਸ਼ਨ ਦਾ 2 ਸਾਲ ਦਾ ਸੇਮ। CPED ਦਾ ਮਤਲਬ ਵੀ ਉਹੀ ਹੈ ਜੀ, DPED ਦਾ ਮਤਲਬ ਵੀ ਉਹੀ ਹੈ। ਅੱਜ ਕੱਲ੍ਹ ਨਾਮ ਹੈ ਜਿਹੜਾ ਉਹ DPED ਯੂਜ਼ ਕੀਤਾ ਜਾਂਦਾ, ਨਾ ਕਿ CPED। ਜੇਕਰ ਅਸੀਂ CPED ਕਰਨੀ ਤਾਂ ਸਾਡਾ ਕੀ ਕੀਤਾ ਹੋਣਾ ਚਾਹੀਦਾ ਜੀ, +2 ਸਾਡੀ ਕੀਤੀ ਹੋਣੀ ਚਾਹੀਦੀ ਹੈ। +2 ਦੇ ਵਿੱਚ ਅਸੀਂ ਫਿਜ਼ੀਕਲ ਐਜੂਕੇਸ਼ਨ ਸਬਜੈਕਟ ਹੈ ਜਿਹੜਾ ਉਹ ਪੜ੍ਹਿਆ ਹੋਣਾ ਜ਼ਰੂਰੀ ਹੈ। ਤੇ ਜੇਕਰ ਅਸੀਂ ਫਿਜ਼ੀਕਲ ਐਜੂਕੇਸ਼ਨ ਸਬਜੈਕਟ ਨਹੀਂ ਪੜ੍ਹਿਆ ਤਾਂ ਸਾਡੇ ਕੋਲੇ ਕੋਈ ਨਾ ਕੋਈ ਸਪੋਰਟਸ ਦੀ ਅਚੀਵਮੈਂਟ ਚਾਹੀਦੀ ਹੈ ਜੀ, ਚਾਹੇ ਉਹ ਸਟੇਟ ਦੇ ਵਿੱਚ ਪਾਰਟਿਸਪੇਸ਼ਨ ਹੋਵੇ ਜਾਂ ਸਟੇਟ ਦੇ ਵਿੱਚੋਂ ਮੈਡਲ ਹੋਵੇ ਜਾਂ ਨੈਸ਼ਨਲ ਦੇ ਵਿੱਚ ਪਾਰਟਿਸਪੇਸ਼ਨ ਹੋਵੇ ਨਾ। ਤਾਂ ਤੁਹਾਡੇ ਕੋਲ ਜੇਕਰ +2 ਦੇ ਵਿੱਚ ਨਹੀਂ ਹੈਗੀ ਫਿਜ਼ੀਕਲ ਐਜੂਕੇਸ਼ਨ ਤਾਂ ਤੁਹਾਡੇ ਕੋਲੇ ਸਪੋਰਟਸ ਦਾ ਕੋਈ ਨਾ ਕੋਈ ਸਰਟੀਫਿਕੇਟ ਚਾਹੀਦਾ ਇਫ ਯੂ ਵਾਂਟ ਟੂ ਗੈਟ ਐਡਮਿਸ਼ਨ ਇਨ CPED ਔਰ DPED। ਤਾਂ ਇਹਦੀ ਡਿਊਰੇਸ਼ਨ ਹੈ ਜੀ, ਜਿਹੜੀ ਇਸ ਕੋਰਸ ਹੈ ਜਿਹੜਾ ਕਿੰਨੇ ਸਮੇਂ ਦਾ ਹੁੰਦਾ ਹੈ, ਤਾਂ ਇਹ ਕੋਰਸ ਹੈ ਜਿਹੜਾ ਅੱਜ ਦੇ ਸਮੇਂ 2 ਸਾਲ ਦਾ ਹੁੰਦਾ। 2 ਸਾਲ ਦੇ ਲਈ ਇਹ ਕੋਰਸ ਹੈ ਜਿਹੜਾ ਉਹ ਕਰਵਾਇਆ ਜਾਂਦਾ। ਹੁਣ ਯੋਗਤਾ ਹੈਗੀ ਆ +2, ਡਿਊਰੇਸ਼ਨ ਕਿੰਨੀ ਹੈ 2 ਸਾਲ। +2 ਦੇ ਵਿੱਚ ਤੁਹਾਡੇ ਜਿਹੜੇ ਮਾਰਕਸ ਨੇ ਉਹ ਮਿਨੀਮਮ ਮੇਰਾ ਖਿਆਲ ਹੈ 50% ਮਾਰਕਸ ਹੋਣਗੇ, 50% ਮਾਰਕਸ ਤੁਹਾਡੇ ਚਾਹੀਦੇ ਨੇ ਜਨਰਲ ਕੈਟਾਗਰੀਜ਼ ਦੇ ਲਈ, ਤੇ ਅਦਰ ਕੈਟਾਗਰੀਜ਼ ਦੇ ਲਈ 45% ਚਾਹੀਦੇ ਨੇ ਜੇਕਰ ਤੁਸੀਂ CPED ਤੇ ਜਾਂ ਫਿਰ DPED ਕਰਨੀ ਹੈ। ਡਿਊਰੇਸ਼ਨ ਜੇ ਕੋਰਸ ਦੇ ਵਿੱਚ ਐਡਮਿਸ਼ਨ ਲਓਗੇ 2 ਸਾਲ ਇਸ ਦੀ ਡਿਊਰੇਸ਼ਨ ਹੈਗੀ ਹੈ ਜੀ। ਨੈਕਸਟ ਹੈਗਾ ਜੀ, ਇਸ ਦੇ ਵਿੱਚ ਜੇਕਰ ਅਸੀਂ ਇਹ ਕੋਰਸ ਕਰ ਲਿਆ ਤੁਸੀਂ ਕੰਪਲੀਟ, ਉਸ ਤੋਂ ਬਾਅਦ ਕੀ ਹੋਏਗਾ, ਜਦੋਂ ਤੁਸੀਂ CPED ਕਰ ਲਈ ਤਾਂ ਤੁਸੀਂ ਜੌਬ ਕਿਹੜੀ ਲੈ ਸਕਦੇ ਹੋ ਜੀ, ਤਾਂ ਤੁਸੀਂ 1st ਤੋਂ ਲੈ ਕੇ ਜਿਹੜੀ 5th ਕਲਾਸ ਹੈ ਇਹਦੇ ਤੱਕ ਪੜ੍ਹਾ ਸਕਦੇ ਹੋ। ਪਹਿਲਾਂ ਜਿਹੜੀ ਪੋਸਟ ਸੀ ਮਿਡਲ ਦੇ ਵਿੱਚ ਵੀ ਸੀ, ਅੱਜ ਦੇ ਟਾਈਮ ਦੇ ਵਿੱਚ ਵੀ ਮਿਡਲ ਦੇ ਵਿੱਚ ਹੈ, ਕਿਉਂਕਿ ਜਿਹੜੀ ਲਾਸਟ ਗਵਰਨਮੈਂਟ ਹੈਗੀ ਸੀ ਕਾਂਗਰਸ, ਉਹਨਾਂ ਨੇ ਇਹ ਕੇਡਰ ਜਿਹੜਾ ਖਤਮ ਕਰਤਾ। ਪ੍ਰੈਜ਼ੈਂਟ ਗਵਰਨਮੈਂਟ ਕਹਿ ਰਹੀ ਅਸੀਂ ਇਹ ਕੇਡਰ ਦੁਬਾਰਾ ਬਹਾਲ ਕਰਾਂਗੇ। ਤਾਂ ਬੇਸਿਕਲੀ ਇਹ ਕਿਹੜੇ ਸਕੂਲ ਦੇ ਵਿੱਚ ਆਉਂਦੇ ਨੇ ਜੀ, ਐਲੀਮੈਂਟਰੀ।
ਐਲੀਮੈਂਟਰੀ ਸਕੂਲ ਜਿਹੜੇ ਪੰਜਾਬੀ ਚ ਅਸੀਂ ਪ੍ਰਾਇਮਰੀ ਸਕੂਲ ਕਹਿ ਦਿੰਦੇ ਆ, ਪ੍ਰਾਇਮਰੀ ਸਕੂਲ ਦੇ ਵਿੱਚ ਇਹ ਟੀਚਰ ਲੱਗਦੇ ਨੇ। ਇਹਨੂੰ ਅਸੀਂ ਕਹਿੰਦੇ ਕੀ ਹੈ ਜੀ, PTI। ਬੇਸਿਕਲੀ ਅਸੀਂ ਸਕੂਲਾਂ ਦੇ ਵਿੱਚ ਸੁਣਦੇ ਹਾਂ ਕਿ PT ਲੱਗੀ ਹੈ, ਜੇ PT ਲੱਗੀ ਹੈ, ਐਕਚੁਅਲ ਦੇ ਵਿੱਚ PT ਨਹੀਂ ਹੁੰਦਾ, PTI ਹੁੰਦਾ, ਫਿਜ਼ੀਕਲ ਟ੍ਰੇਨਿੰਗ ਇੰਸਟ੍ਰਕਟਰ। ਜੇ ਉਹ ਬੰਦਾ ਜਿਹਨੇ ਫਿਜ਼ੀਕਲ ਟ੍ਰੇਨਿੰਗ ਕਰਾਉਣੀ ਹੁੰਦੀ ਹੈ 1ਲੀ ਤੋਂ 5ਵੀਂ ਤੱਕ। ਅਗਲੀ ਸ਼ਰਤ ਰਹੀ ਜੀ ਟੈਟ ਦੀ। ਤਾਂ ਹਾਲੇ ਤੱਕ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਹੈ ਉਹਦੇ ਦੁਆਰਾ ਇਸ ਕੋਰਸ ਦੇ ਨਾਲ ਰਿਲੇਟਡ ਕੋਈ ਵੀ ਟੈਟ ਅਨਾਉਂਸ ਨਹੀਂ ਕੀਤਾ ਗਿਆ। ਤਾਂ ਬੇਸਿਕਲੀ ਜਿਹੜਾ ਹੁਣ ਲਾਸਟ ਟੈਟ ਹੋਇਆ ਉਸ ਦੇ ਵਿੱਚ ਇਹ ਸੀਗਾ ਕਿ ਤਾਂ ਤੁੱਕੇ ਨਾਲ ਹੀ ਕਿਸੇ ਨੇ ਫਸਟ ਟੈਟ ਭਰਿਆ, ਕਿਸੇ ਨੇ ਸੈਕੰਡ ਭਰਿਆ। BPED ਦੇ ਲਈ ਤਾਂ ਚਲੋ ਸੈਕੰਡ ਹੋਣਾ ਸੀ, ਕਈਆਂ ਨੇ ਫਸਟ ਵੀ ਇਹ ਸੋਚ ਕੇ ਦੇਤਾ ਕਿ ਸ਼ਾਇਦ ਇਹਦੇ ਕੰਮ ਆ ਜਾਵੇ। ਪਰ ਇਹ ਹੁਣ ਡਿਪੈਂਡ ਕਰਦਾ ਕਿ ਜਦੋਂ ਗਵਰਨਮੈਂਟ ਨੋਟੀਫਿਕੇਸ਼ਨ ਦੇਊਗੀ ਜਾਂ ਜੌਬ ਦੇ ਲਈ ਨੋਟੀਫਿਕੇਸ਼ਨ ਆਉਂਦਾ ਤਾਂ ਉਹਦੇ ਵਿੱਚ ਇਹਦੇ ਲਈ ਕਿਹੜੀਆਂ ਸ਼ਰਤਾਂ ਨੇ ਜਿਹੜੀਆਂ ਆਉਂਦੀਆਂ ਨੇ। ਤਾਂ ਹਾਲੇ ਇਹਦੇ ਬਾਰੇ ਕੋਈ ਕਲੈਰੀਫਿਕੇਸ਼ਨ ਨਹੀਂ ਹੈਗੀ, ਕਿਉਂਕਿ ਜਿਹੜੀਆਂ ਲਾਸਟ ਪੋਸਟਾਂ ਹੁਣ ਤੱਕ ਭਰੀਆਂ ਨੇ CPED ਦੀਆਂ ਉਹ ਭਰੀਆਂ ਨੇ ਜੀ ਮੈਰਿਟ ਬੇਸਿਸ। +2 ਦੇ CPED ਦੀ ਮੈਰਿਟ ਜੁੜ ਕੇ ਉਹਦੇ ਆਧਾਰ ਤੇ ਲਾਸਟ ਜਿਹੜੀਆਂ ਵੈਕੈਂਸੀਜ਼ ਨੇ ਉਹ ਫਿਲ ਹੋਈਆਂ ਨੇ। ਅਗਲਾ ਕੋਰਸ ਸਾਡੇ ਕੋਲ ਆਉਂਦਾ ਜੀ BPE। ਇਹਨੂੰ ਅਸੀਂ ਕਹਿੰਦੇ ਹਾਂ ਜੀ ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ। ਤੁਸੀਂ ਨਾਰਮਲ ਸਾਰਿਆਂ ਨੇ BA ਤਾਂ ਸੁਣੀ ਹੋਊਗੀ, ਹੈ ਨਾ। BA ਦਾ ਮਤਲਬ ਕੀ ਹੁੰਦਾ, ਬੈਚਲਰ ਆਫ ਆਰਟਸ। ਐਵੇਂ ਜਿਹੜੀ ਵੀ ਕੋਈ ਡਿਗਰੀ 3 ਸਾਲ ਦੀ ਹੁੰਦੀ ਹੈ ਉਹਦੇ ਨਾਲ ਅਸੀਂ ਕੀ ਲਾਉਂਦੇ ਹਾਂ, BB ਦਾ ਮਤਲਬ ਹੁੰਦਾ ਬੈਚਲਰ। ਹੁਣ ਇੱਥੇ ਬੈਚਲਰ ਜੇ ਫਿਜ਼ੀਕਲ ਐਜੂਕੇਸ਼ਨ ਦੀ ਤਾਂ ਅਸੀਂ ਫਿਜ਼ੀਕਲ ਐਜੂਕੇਸ਼ਨ ਕਹਿੰਦਾ, ਜੇ ਮਿਊਜ਼ਿਕ ਦੀ ਕਰਦੇ ਹੁੰਦੇ ਤਾਂ ਅਸੀਂ ਬੈਚਲਰ ਆਫ ਮਿਊਜ਼ਿਕ ਕਹਿ ਦਿੰਦੇ, ਜੇਕਰ ਅਸੀਂ ਫਿਜ਼ੀਓਥੈਰੇਪੀ ਦੀ ਕਰਦੇ ਹੁੰਦੇ ਤਾਂ ਅਸੀਂ ਬੈਚਲਰ ਆਫ ਫਿਜ਼ੀਓਥੈਰੇਪੀ ਕਹਿ ਦਿੰਦੇ ਹਾਂ ਨਾ। ਤਾਂ ਇਸ ਤਰੀਕੇ ਨਾਲ ਜਿਹੜੀ ਵੀ 3 ਸਾਲ ਦੀ ਡਿਗਰੀ ਹੁੰਦੀ ਹੈ ਉਹ ਅਸੀਂ ਕਹਿ ਦਿੰਦੇ ਹਾਂ ਬੈਚਲਰ। ਤਾਂ ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ। ਤਾਂ ਸਾਰੀਆਂ ਗ੍ਰੈਜੂਏਸ਼ਨਸ ਨੇ ਜਿਹੜੀਆਂ ਉਹ 3 ਸਾਲ ਦੀਆਂ ਹੁੰਦੀਆਂ ਨੇ। ਯੋਗਤਾ ਸੇਮ ਹੈ ਜੀ ਇਹਦੀ, +2। ਟਾਈਮ ਕਿੰਨਾ ਲੱਗਦਾ ਇਹਦੇ ਲਈ ਕਰਨ ਦੇ ਲਈ, 3 ਸਾਲ ਲੱਗਦੇ ਨੇ ਜੀ। ਤਾਂ ਜੇਕਰ ਅਸੀਂ ਸਟੇਟ ਦੇ ਵਿੱਚ ਇਹਦੀ ਗੱਲ ਕਰਦੇ ਹਾਂ ਤਾਂ ਇਹ ਇਕੁਇਵਲੈਂਟ ਹੈਗੀ ਹੈ ਜੀ CPED ਦੇ ਉੱਪਰਲੇ ਕੋਰਸ ਤੇ। ਤਾਂ ਸਾਰਾ ਕੁਝ ਇਹਦਾ ਸੇਮ ਹੈ। ਪੋਸਟ ਕਿਹੜੇ ਮਿਲੂਗੀ ਸਾਨੂੰ, PTI। ਟੈਟ ਬਾਰੇ ਇਹਦੇ ਬਾਰੇ ਵੀ ਹਲੇ ਸਾਨੂੰ ਕਲੈਰੀਫਿਕੇਸ਼ਨ ਨਹੀਂ ਹੈਗੀ। ਪਰ ਜੇਕਰ ਤੁਸੀਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਭਰਦੇ ਹੋ, ਜਿਵੇਂ KVS ਕੇਂਦਰੀ ਵਿਦਿਆਲਿਆ ਸਕੂਲਸ ਹੈਗੇ ਨੇ, NVS ਨਵੋਦਿਆ ਵਿਦਿਆਲਿਆ ਸਕੂਲਸ ਹੈਗੇ ਨੇ, ਉੱਥੇ ਤੁਸੀਂ ਇਸ BPE ਦੇ ਜ਼ਰੀਏ ਹਾਈ ਸਕੂਲ ਦੇ ਵਿੱਚ ਵੀ ਜਾ ਸਕਦੇ ਹੋ। ਹਾਈ ਸਕੂਲ ਦਾ ਮਤਲਬ ਹੈ ਕਿ ਤੁਸੀਂ DPE ਦੀ ਪੋਸਟ ਹੈ ਜਿਹੜੀ ਉਹ ਲੈ ਸਕਦੇ ਹੋ BPE ਦੇ ਬੇਸ ਤੇ। ਉੱਥੇ BPED ਕੀਤੀ ਜ਼ਰੂਰੀ ਨਹੀਂ ਹੋਣੀ ਚਾਹੀਦੀ, ਪਰ ਜੇਕਰ ਤੁਸੀਂ ਪੰਜਾਬ ਦੇ ਵਿੱਚੋਂ ਨਾ ਤੁਹਾਡੀ BPED ਕੀਤੀ ਹੋਣੀ ਚਾਹੀਦੀ ਹੈ ਇਫ ਯੂ ਵਾਂਟ ਟੂ ਟੇਕ ਅ ਪੋਜੀਸ਼ਨ ਔਨ DPE ਪੋਸਟ, ਹੈ ਨਾ। ਤਾਂ ਇਸ ਤੋਂ ਬਾਅਦ ਸਾਡੇ ਕੋਲੇ ਕੋਰਸ ਆਉਂਦਾ ਜੀ BPED। ਤਾਂ BPED ਵੀ ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ ਹੀ ਹੈ। ਇਹ ਕਿ ਬੇਸਿਕਲੀ ਡਿਪਲੋਮਾ ਹੈ ਜੀ। ਪਹਿਲਾਂ ਇਹ 2013 ਤੱਕ 1 ਸਾਲ ਦਾ ਸੀ, ਹੁਣ ਇਹ ਵੀ 2 ਸਾਲ ਦਾ ਕਰ ਦਿੱਤਾ ਗਿਆ। BPED ਨੂੰ ਤੁਸੀਂ B.Ed ਸਮਝ ਸਕਦੇ ਹੋ, ਜਿਵੇਂ ਅਸੀਂ B.Ed ਕਰਦੇ ਹੁੰਦੇ ਹਾਂ। ਤਾਂ ਜੇਕਰ ਅਸੀਂ ਐਜੂਕੇਸ਼ਨ ਦੇ ਵਿੱਚ ਕਰਦੇ ਹਾਂ ਤਾਂ ਉਹ B.Ed ਹੁੰਦੀ ਹੈ, ਤੇ ਜੇਕਰ ਅਸੀਂ ਪ੍ਰੋਫੈਸ਼ਨ ਦੇ ਵਿੱਚ ਕਰਦੇ ਹਾਂ ਕਿਸੇ ਦੇ ਵਿੱਚ ਤਾਂ ਉਹਨੂੰ ਅਸੀਂ ਜਿਵੇਂ ਫਿਜ਼ੀਕਲ ਦੇ ਵਿੱਚ ਕਰਦੇ ਹਾਂ ਅਸੀਂ ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ ਕਹਿੰਦਾ। ਤਾਂ ਇਹਦੀ ਯੋਗਤਾ ਹੈਗੀ ਹੈ ਜੀ, ਜਾਂ ਤਾਂ ਅਸੀਂ ਨੇ BPE ਕੀਤੀ ਹੋਣੀ ਚਾਹੀਦੀ ਹੈ ਤੇ ਜਾਂ ਫਿਰ ਅਸੀਂ ਨੇ BA, ਜਿਹਨੂੰ ਅਸੀਂ ਗ੍ਰੈਜੂਏਸ਼ਨ ਕਹਿੰਦੇ ਹਾਂ, BA ਕੀਤੀ ਹੋਣੀ ਚਾਹੀਦੀ ਹੈ। ਜਿਹਨੇ BPE ਕਰ ਲਈ ਉਹ ਡਾਇਰੈਕਟ BPED ਕਰ ਸਕਦਾ ਹੈ। BA ਦੇ ਵਿੱਚ ਸੇਮ ਪਹਿਲਾਂ ਵਾਲੀ ਕੰਡੀਸ਼ਨ ਹੈ ਕਿ ਜੇਕਰ ਤੁਸੀਂ ਬੈਚਲਰ ਆਫ ਆਰਟਸ, ਜਿਹਨੂੰ ਅਸੀਂ ਗ੍ਰੈਜੂਏਸ਼ਨ ਵੀ ਕਹਿ ਦਿੰਦੇ ਹਾਂ, ਜੇਕਰ ਤੁਸੀਂ BA ਕੀਤੀ ਹੋਈ ਹੈ ਤਾਂ BA ਦੇ ਵਿੱਚ ਤੁਹਾਡੇ ਕੋਲ ਫਿਜ਼ੀਕਲ ਐਜੂਕੇਸ਼ਨ ਹੋਣੀ ਚਾਹੀਦੀ ਹੈ। ਤੇ ਜੇਕਰ ਤੁਹਾਡੇ ਕੋਲ ਫਿਜ਼ੀਕਲ ਐਜੂਕੇਸ਼ਨ ਨਹੀਂ ਹੈਗੀ ਤਾਂ ਤੁਹਾਡੇ ਕੋਲ ਇੰਟਰ ਕਾਲਜ ਦਾ ਕੋਈ ਸਰਟੀਫਿਕੇਟ ਹੋਣਾ ਚਾਹੀਦਾ ਹੈ, ਜਾਂ ਫਿਰ ਇੰਟਰ ਕਾਲਜ ਤੋਂ ਉੱਪਰਲੇ ਲੈਵਲ ਦਾ ਕੋਈ ਵੀ ਸਰਟੀਫਿਕੇਟ ਹੋਵੇ ਤਾਂ ਤੁਸੀਂ ਐਲੀਜੀਬਲ ਹੈਗੇ ਹੋ ਫॉर ਡੂਇੰਗ BPED। ਇਹਦੀ ਡਿਊਰੇਸ਼ਨ ਜੀ 2013 ਤੱਕ 1 ਸਾਲ ਦੀ ਸੀ, ਹੁਣ ਕਿੰਨੇ ਟਾਈਮ ਦੀ ਹੋਗੀ, 2 ਸਾਲ ਦੀ। ਨੈਕਸਟ ਜੀ ਕਿਹੜੀ ਕਲਾਸ ਤੱਕ ਪੜ੍ਹਾ ਸਕਦੇ ਹਾਂ ਅਸੀਂ, 6ਵੀਂ ਤੋਂ 10th ਤੱਕ, ਜਿਹਨੂੰ ਅਸੀਂ ਹਾਈ ਸਕੂਲ ਕਹਿੰਦੇ ਹਾਂ। ਇਹ ਕਰਕੇ ਸਾਨੂੰ ਜਿਹੜੀ ਪੋਸਟ ਮਿਲਦੀ ਹੈ ਜੀ ਉਹ ਮਿਲਦੀ ਹੈ DPE ਡਾਇਰੈਕਟਰ ਆਫ ਫਿਜ਼ੀਕਲ ਐਜੂਕੇਸ਼ਨ। ਤਾਂ ਇਹਨੂੰ ਪੰਜਾਬ ਦੇ ਵਿੱਚ ਅਸੀਂ ਮਾਸਟਰ ਕੇਡਰ ਵੀ ਕਹਿ ਦਿੰਦੇ ਹਾਂ। ਪੰਜਾਬ ਦੇ ਵਿੱਚ ਅਸੀਂ ਇਹਨੂੰ ਮਾਸਟਰ ਕੇਡਰ ਦੀ ਪੋਸਟ ਵੀ ਕਹਿ ਦਿੰਦੇ ਹਾਂ, ਜਿਹੜੀ ਹਾਈ ਸਕੂਲ ਦੇ ਵਿੱਚ ਹੁੰਦੀ ਹੈ। ਤੇ ਸੈਂਟਰ ਗਵਰਨਮੈਂਟ ਦੇ ਸਕੂਲਾਂ ਦੇ ਵਿੱਚ ਦੇਖੋਗੇ ਤਾਂ ਇਹਨੂੰ ਬੋਲਿਆ ਜਾਂਦਾ ਹੈ TGT, ਟ੍ਰੇਨਡ
ਗ੍ਰੈਜੂਏਟ ਟੀਚਰ। ਇਹਦੇ ਲਈ ਟੈਟ ਦੀ ਸ਼ਰਤ ਹੈਗੀ ਹੈ ਜੀ, ਟੈਟ ਤੁਹਾਨੂੰ ਦੇਣਾ ਪਏਗਾ। ਜਿਹੜਾ ਹੁਣ ਲੇਟੈਸਟ ਜਿਵੇਂ ਟੈਟ ਹੋ ਕੇ ਹਟਿਆ, ਟੈਟ 2 ਜਿਹੜਾ ਕਿ ਹਾਈ ਸਕੂਲ ਦੇ ਲਈ ਹੁੰਦਾ ਹੈ। ਇੱਕ ਦੋ ਤਰ੍ਹਾਂ ਦੇ ਟੈਟ ਹੁੰਦੇ ਨੇ, ਪੀਐਸ ਟੈਟ 1 ਐਂਡ ਪੀਐਸ ਟੈਟ 2। ਜਿਹੜਾ ਪੀਐਸ ਟੈਟ 1 ਹੈਗਾ ਜੀ, 1 ਹੈਗਾ ਐਲੀਮੈਂਟਰੀ ਸਕੂਲਸ ਦੇ ਲਈ, ਤੇ ਜਿਹੜਾ 2 ਹੈਗਾ ਉਹ ਹੈਗਾ ਹਾਈ ਸਕੂਲਸ ਦੇ ਲਈ। ਤਾਂ ਜੇਕਰ ਤੁਸੀਂ ਨੇ DPE ਦੀ ਪੋਸਟ ਲੈਣੀ ਹੈ ਤਾਂ ਤੁਹਾਡੇ ਲਈ ਟੈਟ ਕਲੀਅਰ ਕਰਨਾ ਜ਼ਰੂਰੀ ਹੈ। ਟੈਟ ਦੇ ਆਧਾਰ ਤੇ ਜਿਹੜੀ ਤੁਹਾਡੀ ਪੋਸਟ ਮਿਲੂਗੀ। ਤਾਂ BPEd ਕਿਹਦੇ ਬੇਸ ਤੇ ਹੋਊਗੀ ਜੀ? DPE ਬੇਸ ਤੇ ਜਾਂ ਫਿਰ ਗ੍ਰੈਜੂਏਸ਼ਨ ਬੇਸ ਤੇ। 2 ਸਾਲ ਦਾ ਕੋਰਸ ਹੋਏਗਾ। ਜੇਕਰ ਤੁਹਾਨੂੰ ਨੌਕਰੀ ਮਿਲਦੀ ਹੈ 6ਵੀਂ ਤੋਂ 10ਵੀਂ ਤੱਕ ਪੜ੍ਹਾਓਗੇ ਬਾਏ ਰੂਲਸ। ਉਹ ਜੇਕਰ ਤੁਹਾਨੂੰ ਸੈਕੰਡਰੀ ਸਕੂਲ ਮਿਲ ਜਾਂਦਾ ਤਾਂ ਹੋ ਸਕਦਾ 11ਵੀਂ 12ਵੀਂ ਕਲਾਸ ਵੀ ਪੜ੍ਹਾਉਣੀ ਪੈ ਜਾਵੇ। ਅੱਗੇ ਸਾਡੇ ਕੋਲ ਹੈਗਾ ਜੀ DPE ਦੀ ਤੁਹਾਨੂੰ ਪੋਸਟ ਮਿਲੂਗੀ ਜਿਹਨੂੰ ਅਸੀਂ ਕਹਿੰਦੇ ਹਾਂ ਡਾਇਰੈਕਟਰ ਆਫ ਫਿਜ਼ੀਕਲ ਐਜੂਕੇਸ਼ਨ। ਇਹਨੂੰ ਅਸੀਂ ਮਾਸਟਰ ਕੇਡਰ ਵੀ ਕਹਿ ਦਿੰਦੇ ਆ। ਤੇ ਜੇਕਰ ਤੁਸੀਂ ਸੈਂਟਰ ਗਵਰਨਮੈਂਟ ਦੇ ਵਿੱਚ ਜਾਓਗੇ ਤਾਂ ਇਹਨੂੰ ਬੋਲ ਦਿੱਤਾ ਜਾਂਦਾ ਹੈ ਟ੍ਰੇਨਡ ਗ੍ਰੈਜੂਏਟ ਟੀਚਰ। ਤੇ ਇਹਦੇ ਲਈ ਟੈਟ ਜਿਹੜਾ ਉਹ ਕਰਨਾ ਕੰਪਲਸਰੀ ਹੈਗਾ। ਵਿਦਆਊਟ ਟੈਟ ਤੁਸੀਂ ਇਹ ਪੋਸਟ ਦੇ ਉੱਪਰ ਨਹੀਂ ਆ ਸਕਦੇ। ਸੈਂਟਰ ਗਵਰਨਮੈਂਟ ਦੇ ਵਿੱਚ ਜੋਬ ਲੈਣੀ, ਉੱਥੇ ਵੀ ਸੇਮ ਪ੍ਰੋਸੀਜਰ ਹੈਗਾ ਜੀ। ਉੱਥੇ ਵੀ ਤੁਹਾਨੂੰ ਟੈਟ ਜਿਹੜਾ ਉਹ ਕਰਨਾ ਪਏਗਾ। ਉੱਥੇ C-TET ਨਹੀਂ ਹੁੰਦਾ। ਬੇਸਿਕਲੀ ਜਿਹੜੇ ਅਦਰ ਸਬਜੈਕਟ ਹੁੰਦੇ ਨੇ ਉਹਨਾਂ ਦਾ C-TET ਹੁੰਦਾ। ਪਰ ਜੇਕਰ ਅਸੀਂ ਨੇ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਜਾਣਾ ਹੈ ਤਾਂ ਡਾਇਰੈਕਟਲੀ ਉੱਥੇ 2 ਪੇਪਰ ਹੁੰਦੇ ਨੇ ਸਾਡੇ ਇਕੱਠੇ ਹੀ, ਫਸਟ ਪੇਪਰ ਐਂਡ ਸੈਕੰਡ ਪੇਪਰ। ਫਸਟ ਪੇਪਰ ਜਿਹੜਾ ਉਹ ਜਰਨਲ ਪੇਪਰ ਹੁੰਦਾ ਸਾਡਾ, ਤੇ ਜਿਹੜਾ ਸੈਕੰਡ ਪੇਪਰ ਹੁੰਦਾ ਉਹ ਹੁੰਦਾ ਸਾਡੇ ਫਿਜ਼ੀਕਲ ਐਜੂਕੇਸ਼ਨ ਸਬਜੈਕਟ ਦੇ ਨਾਲ ਰਿਲੇਟਡ। ਨੈਕਸਟ ਜੀ ਸਾਡੇ ਕੋਲ ਆ ਜਾਂਦੀ ਹੈ MPEd। ਤਾਂ ਸਾਰਿਆਂ ਨੇ ਤੁਸੀਂ ਨੇ MA ਵਰਡ ਸੁਣਿਆ ਹੀ ਹੋਊਗਾ। ਮਾਸਟਰ ਆਫ ਆਰਟਸ ਕਹਿ ਦਿੰਦੇ ਹਾਂ ਅਸੀਂ ਜਿਹਨੂੰ। ਤਾਂ ਮਾਸਟਰ ਆਫ ਆਰਟਸ ਤੇ ਇਕੁਇਵਲੈਂਟ ਹੈਗੀ ਹੈ ਜੀ ਸਾਡੀ MPEd, ਜਿਹਨੂੰ ਅਸੀਂ ਮਾਸਟਰ ਆਫ ਫਿਜ਼ੀਕਲ ਐਜੂਕੇਸ਼ਨ ਕਹਿ ਦਿੰਦੇ ਹਾਂ। ਤਾਂ ਜੇਕਰ ਤੁਸੀਂ ਮਾਸਟਰ ਆਫ ਫਿਜ਼ੀਕਲ ਐਜੂਕੇਸ਼ਨ ਕਰਨੀ ਹੈ ਤਾਂ ਜਿਹੜਾ ਉੱਪਰਲਾ ਇਹ ਕੀਤਾ ਹੋਣਾ ਚਾਹੀਦਾ ਹੈ। ਇਹਦੀ ਐਲੀਜੀਬਿਲਟੀ ਕੀ ਹੈ ਕਿ ਤੁਸੀਂ BPEd ਕੀਤੀ ਹੋਣੀ ਚਾਹੀਦੀ। ਆਫਟਰ BPEd ਤੁਸੀਂ MPEd ਜਿਹੜਾ ਉਹ ਕਰ ਸਕਦੇ ਹੋ। ਇਹਦੀ ਡਿਊਰੇਸ਼ਨ ਵੀ ਕਿੰਨੀ ਹੈ ਜੀ? 2 ਸਾਲ ਹੈਗੀ ਹੈ। ਕਿਹੜੀ ਕਲਾਸ ਨੂੰ ਪੜ੍ਹਾ ਸਕਦੇ ਹੋ ਤੁਸੀਂ? 11ਵੀਂ ਤੇ 12ਵੀਂ ਨੂੰ, ਯਾਨੀ ਕਿ ਤੁਸੀਂ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪੜ੍ਹਾਓਗੇ। ਇਹ ਪੜ੍ਹ ਕੇ ਤੁਸੀਂ ਜਿਹੜੀ ਪੋਸਟ ਮਿਲੂਗੀ ਉਸ ਤੋਂ ਬਾਅਦ ਜਦੋਂ ਜੌਬ ਲੱਗ ਗਈ ਉਹਨੂੰ ਬੋਲਿਆ ਜਾਂਦਾ ਜੀ ਲੈਕਚਰਰ। ਜੇਕਰ ਸੈਂਟਰ ਗਵਰਨਮੈਂਟ ਦੇ ਵਿੱਚ ਗੱਲ ਕਰੀਏ ਉਹਨੂੰ ਬੋਲਦੇ ਨੇ PGT, ਯਾਨੀ ਕਿ ਪੋਸਟ ਗ੍ਰੈਜੂਏਟ ਟੀਚਰ। ਤਾਂ ਇਹਦੇ ਲਈ ਵੀ ਟੈਟ ਹੈ ਜਿਹੜਾ ਉਹ ਅਲੱਗ ਤੋਂ ਨਹੀਂ ਲਿਆ ਜਾਂਦਾ। ਇਹਦੇ ਲਈ ਟੈਟ ਹੈ ਜਿਹੜਾ ਔਨ ਦਾ ਸਪੋਰਟ ਹੁੰਦਾ। 2 ਪੇਪਰ ਹੁੰਦੇ ਨੇ ਜਦੋਂ ਵੀ ਪੋਸਟ ਆਉਂਦੀਆਂ ਨੇ, ਜਰਨਲ ਪੇਪਰ ਤੇ ਸਬਜੈਕਟ ਦਾ ਪੇਪਰ ਹੁੰਦਾ। ਜਰਨਲ ਪੇਪਰ ਉਹੀ 150 ਨੰਬਰ ਦੇ ਜਰਨਲ ਦਾ ਪੇਪਰ, ਜਰਨਲ ਪੇਪਰ ਹੁੰਦਾ ਤੇ 150 ਨੰਬਰ ਦੇ ਸਬਜੈਕਟ ਦਾ ਪੇਪਰ ਹੁੰਦਾ। ਸੇਮ ਜਿਵੇਂ ਉਹ ਹੁੰਦੇ ਨੇ, ਬਸ ਇਹ ਇਕੱਠੇ ਹੀ ਲੈ ਲੈਂਦੇ ਨੇ। ਸਾਡਾ ਪੇਪਰ ਉਹ ਅੱਡ ਅੱਡ ਹੁੰਦਾ। ਜਿਹੜਾ ਫਸਟ ਪੇਪਰ ਕਲੀਅਰ ਕਰਦਾ ਉੱਪਰ ਉਹ ਸੈਕੰਡ ਪੇਪਰ ਦੇ ਵਿੱਚ ਬੈਠਦਾ। ਲੇਕਿਨ ਇੱਥੇ ਐਵੇਂ ਨਹੀਂ ਹੁੰਦਾ। ਇੱਥੇ ਕੀ ਹੁੰਦਾ ਕਿ ਜਿਹੜਾ ਪੇਪਰ ਹੈ ਉਹ ਇਕੱਠੇ ਹੀ ਹੁੰਦਾ, ਫਸਟ ਐਂਡ ਸੈਕੰਡ। ਹੁਣ ਇੱਥੇ MPEd ਦੀ ਇੱਕ ਹੋਰ ਖਾਸੀਅਤ ਹੈਗੀ ਹੈ ਜੀ ਕਿ ਜੇਕਰ ਤੁਸੀਂ ਨੇ MPEd ਕੀਤੀ ਹੈ ਤਾਂ ਤੁਹਾਡੇ ਕੋਲ ਇੱਕ ਹੋਰ ਪੇਪਰ ਹੈ ਜਿਹੜਾ ਜਿਹਨੂੰ ਅੱਜ ਕੱਲ੍ਹ ਬੋਲਿਆ ਜਾਂਦਾ ਹੈ NTA NET। ਤਾਂ ਤੁਸੀਂ ਇਹ ਦੇਣ ਦੇ ਲਈ ਵੀ ਐਲੀਜੀਬਲ ਹੋ ਜਾਂਦੇ ਹੋ NTA NET। ਜੇਕਰ ਤੁਸੀਂ ਇਹ ਕਲੀਅਰ ਕਰ ਲੈਂਦੇ ਹੋ ਤਾਂ ਤੁਸੀਂ ਕਾਲਜ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਹੈ ਜਿਹੜਾ ਇਹਦੀ ਪੋਸਟ ਲੈ ਸਕਦੇ ਹੋ MPEd ਕਰਨ ਤੋਂ ਬਾਅਦ, ਜੇਕਰ ਤੁਸੀਂ NET ਕਲੀਅਰ ਕਰ ਲਿਆ। ਨੈਟ ਹੈ ਜਿਹੜਾ ਇਹ ਨੈਸ਼ਨਲ ਐਲੀਜੀਬਿਲਟੀ ਟੈਸਟ ਕਹਿ ਦਿੰਦੇ ਆ ਜੀ ਇਸਨੂੰ। ਇਹ ਹੈਗੀ ਹੈ ਨੈਸ਼ਨਲ ਟੈਸਟਿੰਗ ਏਜੰਸੀ। ਇਹ ਜਿਹੜੀ ਏਜੰਸੀ ਕੰਡਕਟ ਕਰਾਉਂਦੀ ਹੈ ਨੈਟ ਨੂੰ। ਨੈਸ਼ਨਲ ਐਲੀਜੀਬਿਲਟੀ ਟੈਸਟ ਕਹਿ ਦਿੰਦੇ ਆ ਜਿਹਨੂੰ ਅਸੀਂ। ਤਾਂ ਬੇਸਿਕਲੀ ਜੇਕਰ ਤੁਸੀਂ ਇਹ ਟੈਸਟ ਦੇਣਾ ਚਾਹੁੰਦੇ ਹੋ ਤਾਂ ਤੁਹਾਡੀ ਮਾਸਟਰਸ ਕੀਤੀ ਹੋਣੀ ਚਾਹੀਦੀ ਹੈ ਕਿਸੇ ਵੀ ਸਬਜੈਕਟ ਦੇ ਵਿੱਚ। ਸੇਮ ਜੇਕਰ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਦੇਣਾ ਅਸੀਂ ਨੇ ਤਾਂ ਸਾਡਾ ਫਿਜ਼ੀਕਲ ਐਜੂਕੇਸ਼ਨ ਦੀ MA ਕੀਤੀ ਹੋਣੀ ਚਾਹੀਦੀ ਹੈ ਜਿਹਨੂੰ ਅਸੀਂ MPEd ਕਹਿੰਦੇ ਹਾਂ। ਤਾਂ ਇਹਦੇ ਵਿੱਚ ਵੀ ਜੀ 2 ਪੇਪਰ ਹੁੰਦੇ ਨੇ। 100 ਨੰਬਰ ਦਾ ਪਹਿਲਾ ਪੇਪਰ ਹੁੰਦਾ, 100 ਨੰਬਰ ਦਾ ਦੂਸਰਾ ਪੇਪਰ ਹੁੰਦਾ, ਜਿਹਦੇ ਵਿੱਚ ਸਬਜੈਕਟ ਆਉਂਦਾ ਹੈ। ਇਹ ਜਰਨਲ ਪੇਪਰ ਹੁੰਦਾ ਤੇ 200 ਨੰਬਰ ਦੇ ਵਿੱਚੋਂ ਮੈਰਿਟ ਬਣਦੀ ਹੈ। ਇੱਥੋਂ ਇੱਕ ਚੀਜ਼ ਹੋਰ ਸਾਡੇ ਕੋਲ ਨਿਕਲ ਕੇ ਆਉਂਦੀ ਹੈ ਜੀ ਜਿਹਨੂੰ ਅਸੀਂ ਕਹਿੰਦੇ ਹਾਂ JRF। JRF ਦਾ ਮਤਲਬ ਹੁੰਦਾ ਹੈ ਜੀ ਜੂਨੀਅਰ ਰਿਸਰਚ ਫੈਲੋਸ਼ਿਪ। ਜੂਨੀਅਰ ਰਿਸਰਚ ਫੈਲੋਸ਼ਿਪ। ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਬੱਚੇ ਨੇ, ਜਿਹੜੇ 5% ਬੱਚੇ ਹੁੰਦੇ ਸੀ ਪਹਿਲਾਂ, ਹੁਣ ਪ੍ਰੈਜ਼ੈਂਟ ਕ੍ਰਾਈਟੇਰੀਆ ਸ਼ਾਇਦ ਚੇਂਜ ਹੋ ਗਿਆ। ਤਾਂ ਪੂਰੇ ਇੰਡੀਆ ਦੇ ਵਿੱਚੋਂ ਜਿਹੜੇ ਸਬਜੈਕਟ ਦੇ ਵਿੱਚੋਂ ਪਹਿਲੇ 5% ਬੱਚੇ ਟੌਪ ਕਰਦੇ ਸੀ ਉਹਨਾਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਸੀ।
ਸਕਾਲਰਸ਼ਿਪ ਦਿੱਤੀ ਜਾਂਦੀ ਸੀ ਜਿਹਨੂੰ JRF ਬੋਲਿਆ ਜਾਂਦਾ ਸੀ। ਤਾਂ ਇਹਦੇ 'ਚ PhD ਕਰਨ ਦੇ ਲਈ ਤੁਹਾਨੂੰ ਪਰ ਮੰਥ ਪੁਰਾਣੇ ਟਾਈਮ ਦੇ ਵਿੱਚ 28,000 ਦਿੱਤਾ ਜਾਂਦਾ ਸੀ ਜੀ ਪਰ ਮੰਥ, ਤੇ ਇਹਦੇ ਨਾਲ HRA ਦਿੱਤਾ ਜਾਂਦਾ ਸੀ ਤੁਹਾਨੂੰ, ਤੇ ਪਲੱਸ ਸਾਲ ਦੇ ਲਈ ਤੁਹਾਨੂੰ 10,000 ਰੁਪਏ ਜਿਹੜਾ ਉਹ ਕਿਤਾਬਾਂ ਖਰੀਦਣ ਦੇ ਲਈ ਦਿੱਤਾ ਜਾਂਦਾ ਸੀ। ਪਰ ਮੰਥ 28,000 ਰੁਪਇਆ ਸਰਕਾਰ ਪੇ ਕਰਦੀ ਹੈ ਤੁਹਾਨੂੰ, ਤਾਂ ਕਿ ਤੁਸੀਂ ਸਕਾਲਰਸ਼ਿਪ ਲੈ ਕੇ ਰਿਸਰਚ ਹੈ ਜਿਹੜੀ ਉਹ PhD ਦੇ ਵਿੱਚ ਕਰ ਸਕੋ। ਇਹ ਹੁੰਦੀ ਹੈ ਜੀ 2 ਸਾਲ ਦੇ ਲਈ। ਫਿਰ ਪਿਛਲੇ 3 ਸਾਲ ਦੇ ਲਈ ਜਿਹੜੀ JRF ਹੈ ਇਹ SRF ਦੇ ਵਿੱਚ ਕਨਵਰਟ ਹੋ ਜਾਂਦੀ ਹੈ, ਯਾਨੀ ਕਿ ਜੂਨੀਅਰ ਰਿਸਰਚ ਫੈਲੋਸ਼ਿਪ ਤੋਂ ਤੁਸੀਂ ਸੀਨੀਅਰ ਰਿਸਰਚ ਫੈਲੋਸ਼ਿਪ ਦੇ ਵਿੱਚ ਆ ਜਾਂਦੇ ਹੋ। ਤੇ ਇੱਥੇ ਪਹੁੰਚ ਕੇ ਤੁਹਾਨੂੰ ਕੀ ਹੁੰਦਾ ਹੈ ਜੀ, ਜਿਹੜੀ ਪੇਮੈਂਟ ਹੈ ਇਹ 5,000 ਰੁਪਇਆ ਵੱਧ ਜਾਂਦੀ ਹੈ, ਤਾਂ ਅਪਰੋਕਸੀਮੇਟਲੀ 33,000 ਰੁਪਏ ਹੁਣ ਤਾਂ ਵੱਧ ਗਈ ਹੈ। 28 ਦੀ ਜਗ੍ਹਾ ਸ਼ਾਇਦ 32 ਮਿਲਣ ਲੱਗ ਗਿਆ। ਪਹਿਲੇ 2 ਸਾਲ, ਪਿਛਲੇ ਸਾਲ ਜਿਹੜੇ 3 ਸਾਲ ਹੈ ਤੁਹਾਨੂੰ ਉਦੋਂ 37-38,000 ਰੁਪਇਆ ਮਿਲਦਾ ਪਰ ਮੰਥ। ਤਾਂ ਜੇਕਰ ਤੁਸੀਂ ਪੜ੍ਹਨ ਦੇ ਇੱਛੁਕ ਹੈਗੇ ਤਾਂ ਤੁਸੀਂ ਪੜ੍ਹਾਈ ਦੇ ਲਈ ਵੀ ਸਰਕਾਰ ਤੋਂ ਪੈਸੇ ਲੈ ਸਕਦੇ ਹੋ। ਜਸਟ ਇਹ ਹੈ ਕਿ ਤੁਹਾਨੂੰ ਤਿਆਰੀ ਹੈ ਜਿਹੜੀ ਉਹ ਖੁਦ ਕਰਨੀ ਪਏਗੀ। ਇਹਨੂੰ ਬੋਲਿਆ ਜਾਂਦਾ ਨੈਟ, ਜੇ ਵੀ ਤੁਸੀਂ ਮਾਸਟਰਸ ਕਰਨ ਤੋਂ ਬਾਅਦ ਦੇ ਸਕਦੇ ਹੋ। ਅੱਗੇ ਸਾਡੇ ਕੋਲ ਆ ਜਾਂਦੀ ਹੈ ਜੀ, ਜਦੋਂ ਤੁਸੀਂ ਮਾਸਟਰਸ ਕਰ ਲੈਂਦੇ ਹੋ, ਨੈਕਸਟ ਸਾਡੇ ਕੋਲ ਜਿਹੜਾ ਆਪਸ਼ਨ ਆਉਂਦਾ ਹੈ ਉਹ ਹੁੰਦਾ ਹੈ, ਪਹਿਲਾਂ MPhil ਹੁੰਦੀ ਸੀ, ਅੱਜ ਕੱਲ੍ਹ ਤਾਂ ਇਹ ਖਤਮ ਹੋ ਗਈ। MPhil ਨੂੰ ਅਸੀਂ ਕਹਿੰਦੇ ਹਾਂ ਮਾਸਟਰ ਆਫ ਫਿਲੋਸਫੀ। MPhil ਦੇ ਬੇਸਿਸ ਹੈਗੇ ਆ, ਟਾਈਮ ਹੈਗਾ ਦਾ 1.5 ਤੋਂ ਲੈ ਕੇ 3 ਸਾਲ ਤੱਕ, ਅੱਜ ਕੱਲ੍ਹ ਤਾਂ ਖਤਮ ਹੀ ਕਰਤੀ ਇਹ। ਤੇ ਇਹ ਬੇਸਿਕਲੀ ਕਾਲਜ ਲੈਵਲ ਤੇ ਜਾਣ ਦੇ ਲਈ ਹੈ ਨਾ, ਅਸਿਸਟੈਂਟ ਪ੍ਰੋਫੈਸਰ ਲੱਗਣਾ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਤੁਸੀਂ ਨੇ, ਤਾਂ ਇਹਨੂੰ ਕਹਿੰਦੇ ਕਿ ਅਸੀਂ ਅਸਿਸਟੈਂਟ ਪ੍ਰੋਫੈਸਰ ਹੀ ਕਹਿੰਦੇ ਹਾਂ। ਤਾਂ ਇਹ ਕਾਹਦੇ ਨਾਲ ਰਿਲੇਟਡ ਹੈਗੀ ਹੈ, ਨੈਟ ਦੇ ਨਾਲ। ਨੈਕਸਟ ਸਾਡੇ ਕੋਲ ਆ ਜਾਂਦੀ ਹੈ ਜੀ PhD, ਫਿਲੋਸਫੀ ਆਫ ਡਾਕਟਰੇਟ, ਡਾਕਟਰ ਆਫ ਫਿਲੋਸਫੀ ਕਹਿ ਸਕਦੇ ਹਾਂ। ਇਹਦੇ ਲਈ ਵੀ ਤੁਹਾਡੀ MPhil ਤੇ ਜਾਂ ਫਿਰ MPhil ਅੱਜ ਕੱਲ੍ਹ ਖਤਮ ਹੋ ਚੁੱਕੀ ਹੈ। ਪਲੱਸ ਐਂਟਰੈਂਸ ਪੇਪਰ ਹੁੰਦਾ ਜਿਹਦਾ ਯੂਨੀਵਰਸਿਟੀ ਐਂਟਰੈਂਸ ਪੇਪਰ ਲੈਂਦੀ ਹੈ, ਤੇ ਜਾਂ ਫਿਰ ਤੁਹਾਡੇ ਕੋਲ ਜੇ ਨੈਟ ਹੋਵੇ ਡਾਇਰੈਕਟ ਵੀ ਐਡਮਿਸ਼ਨ ਮਿਲ ਸਕਦੀ ਹੈ, ਤੇ ਜੇਕਰ JRF ਹੋਵੇ ਤਾਂ ਐਂਟਰੈਂਸ ਪੇਪਰ ਦੇਣ ਦੀ ਲੋੜ ਨਹੀਂ, ਤਾਂ ਤੁਸੀਂ ਡਾਇਰੈਕਟ ਐਡਮਿਸ਼ਨ ਲੈ ਸਕਦੇ ਹੋ। ਡਿਊਰੇਸ਼ਨ ਕਿੰਨੀ ਹੈਗੀ ਹੈ, ਜਿਹਦੀ ਡਿਊਰੇਸ਼ਨ ਹੈ ਜੀ ਅਪਰੋਕਸੀਮੇਟਲੀ 3 ਤੋਂ ਲੈ ਕੇ 6 ਸਾਲ ਤੱਕ। PhD ਕਰਨ ਤੋਂ ਬਾਅਦ ਤੁਸੀਂ ਕਾਲਜ ਜਾਂ ਯੂਨੀਵਰਸਿਟੀ ਦੋਨਾਂ ਦੇ ਵਿੱਚ ਪੜ੍ਹਾ ਸਕਦੇ ਹੋ। ਇਸ ਤੋਂ ਬਾਅਦ ਤੁਹਾਨੂੰ ਜਿਹੜੀ ਜੌਬ ਮਿਲਦੀ ਹੈ ਉਹ ਅਸਿਸਟੈਂਟ ਪ੍ਰੋਫੈਸਰ ਦੀ ਮਿਲਦੀ ਹੈ। ਇਸ ਤੋਂ ਬਾਅਦ ਤੁਸੀਂ ਐਸੋਸੀਏਟ ਪ੍ਰੋਫੈਸਰ ਬਣਦੇ ਹੋ, ਫਿਰ ਤੁਸੀਂ ਪ੍ਰੋਫੈਸਰ ਤੱਕ ਪਹੁੰਚਦੇ ਹੋ। ਲਾਸਟ ਸਾਡੇ ਕੋਲ ਇੱਧਰ ਕੀ ਹੈਗਾ ਜੀ, ਨੈਟ ਹੈਗੀ ਹੈ। PhD ਤੋਂ ਬਾਅਦ ਲਾਸਟ ਡਿਗਰੀ ਜਿਹੜੀ ਸਾਡੇ ਕੋਲ ਹੈਗੀ ਜੀ ਉਹ ਹੈਗੀ ਹੈ DLit, ਡਾਕਟਰ ਆਫ ਲਿਟਰੇਚਰ। ਇਹਦੀ ਰਿਕੁਆਇਰਮੈਂਟ ਹੈਗੀ ਹੈ ਜੀ PhD ਤੁਸੀਂ ਨੇ ਕੀਤੀ ਹੋਣੀ ਚਾਹੀਦੀ ਹੈ। ਡਿਊਰੇਸ਼ਨ ਬਾਕੀ ਸਾਰਾ ਕੁਝ ਇਹਦਾ ਸੇਮ ਹੈ। ਤਾਂ ਹਾਈਐਸਟ ਡਿਗਰੀ ਹੈ ਜਿਹੜੀ ਉਹ ਹੈਗੀ ਹੈ DLit, ਤਾਂ DLit ਦੇ ਲਈ ਤੁਹਾਡੀ PhD ਹੈ ਜਿਹੜੀ ਉਹ ਕੀਤੀ ਹੋਣੀ ਚਾਹੀਦੀ ਹੈ। ਤਾਂ ਇਹ ਸਾਰੇ ਕੋਰਸ ਹੈਗੇ ਨੇ ਜੀ, ਜੇਕਰ ਤੁਸੀਂ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਜਾਂਦੇ ਹੋ, ਸਰੀਰਕ ਸਿੱਖਿਆ ਦੇ ਖੇਤਰ ਦੇ ਵਿੱਚ ਜਾਂਦੇ ਹੋ। ਜੇਕਰ ਤੁਸੀਂ ਟੀਚਰ ਬਣਨਾ ਚਾਹੁੰਦੇ ਹੋ ਤਾਂ ਟੀਚਰ ਬਣਨ ਦੇ ਲਈ ਇਹ ਸਾਰੇ ਕੋਰਸ ਨੇ ਜਿਹੜੇ ਤੁਹਾਨੂੰ ਇਹ ਕਰਨੇ ਪੈਣਗੇ। ਅੱਗੇ ਗੱਲ ਕਰਦੇ ਹਾਂ ਜੀ ਜਿਹੜੇ ਇਹਦੇ ਸਬ ਡਿਸਿਪਲਿਨ ਹੈਗੇ ਨੇ ਫਿਜ਼ੀਕਲ ਐਜੂਕੇਸ਼ਨ ਦੇ। ਜਿਵੇਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਯੋਗਾ ਦੀ, ਜਿਹਨੂੰ ਵੈਸੇ ਅਸੀਂ ਯੋਗਾ ਕਹਿ ਦਿੰਦੇ ਹਾਂ, ਐਕਚੁਅਲ ਪ੍ਰੋਨਾਊਂਸੀਏਸ਼ਨ ਹੈਗੀ ਇਹਦੀ ਯੋਗ। ਜੇਕਰ ਅਸੀਂ ਯੋਗ ਦੇ ਫੀਲਡ ਦੇ ਵਿੱਚ ਹੋਈਏ ਤਾਂ ਯੋਗ ਦਾ ਫੀਲਡ ਹੈ ਜਿਹੜਾ, ਇਹਦੇ ਵਿੱਚ ਜੀ ਸਰਟੀਫਿਕੇਟ ਕੋਰਸ ਹੁੰਦਾ ਇੱਕ ਦਾ, ਸਰਟੀਫਿਕੇਟ ਕੋਰਸ ਹੈ ਜਿਹੜਾ ਬੇਸਿਕਲੀ ਇਹ +2 ਤੋਂ ਬਾਅਦ ਕੀਤਾ ਜਾਂਦਾ ਹੈ ਜੀ। ਇਹ 6 ਹਫ਼ਤੇ ਦਾ ਹੁੰਦਾ ਹੈ। ਤਾਂ ਇਹਦਾ ਬੇਸਿਕ ਟ੍ਰੇਨਿੰਗ ਦੇ ਸਕਦੇ ਹੋ ਤੁਸੀਂ ਇਹ ਕੋਰਸ ਕਰਕੇ। ਇਸ ਤੋਂ ਬਾਅਦ ਜੀ ਡਿਪਲੋਮਾ ਆ ਗਿਆ। ਡਿਪਲੋਮਾ ਕਰ ਸਕਦੇ ਹੋ ਤੁਸੀਂ, ਪੋਸਟ ਗ੍ਰੈਜੂਏਟ ਡਿਪਲੋਮਾ ਕਹਿ ਦਿੰਦੇ ਨੇ ਇਹਨੂੰ। ਪੋਸਟ ਗ੍ਰੈਜੂਏਟ ਡਿਪਲੋਮਾ ਯਾਨੀ ਕਿ ਗ੍ਰੈਜੂਏਸ਼ਨ ਹੈ ਜਿਹੜੀ ਇਹਦੀ, ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਇਹਨੂੰ ਕਰ ਸਕਦੇ ਹੋ। ਡਿਪਲੋਮਾ ਜਿਹੜਾ ਇਹ 1 ਈਅਰ ਦਾ ਹੁੰਦਾ। ਇਹ ਤੋਂ ਬਾਅਦ ਤੁਸੀਂ ਯੋਗਾ ਦੇ ਨਾਲ ਰਿਲੇਟਡ ਸਕੂਲਾਂ ਦੀਆਂ ਪੋਸਟਾਂ ਦੇ ਲਈ ਐਲੀਜੀਬਲ ਹੋ ਜਾਂਦੇ। ਇਸ ਤੋਂ ਬਾਅਦ ਸਾਡੇ ਕੋਲ ਆ ਜਾਂਦੀ ਹੈ ਜੀ
ਬੈਚਲਰ ਆਫ ਯੋਗਾ, ਯਾਨੀ ਕਿ ਜਿਵੇਂ ਅਸੀਂ ਉਧਰ ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ ਕੀਤੀ ਸੀ, ਤੁਸੀਂ ਯੋਗਾ ਦੀ BA ਜਿਹੜੀ ਉਹ ਸਪੈਸ਼ਲ ਯੋਗ ਦੀ ਵੀ ਕਰ ਸਕਦੇ ਹੋ, +2 ਰਿਕੁਆਇਰਮੈਂਟ ਹੈਗੀ ਹੈ। ਇਸ ਤੋਂ ਬਿਨਾਂ ਤੁਸੀਂ ਯੋਗਾ ਦੀ MA ਕਰ ਸਕਦੇ ਹੋ, MA ਯੋਗਾ ਜਾਂ MSc ਯੋਗਾ ਕਰ ਸਕਦੇ ਹੋ, ਜਿਵੇਂ ਕਿ ਅਸੀਂ ਉਧਰ ਕਰਦੇ ਹਾਂ MPA। ਤਾਂ ਇਹ ਕੋਰਸਿਸ ਹੈਗੇ ਨੇ ਜਿਹੜੇ ਤੁਸੀਂ ਯੋਗਾ ਦੇ ਨਾਲ ਰਿਲੇਟਡ ਕਰ ਸਕਦੇ ਹੋ, ਜੇਕਰ ਯੋਗ ਦੇ ਵਿੱਚ ਤੁਸੀਂ ਆਪਣਾ ਕੈਰੀਅਰ ਹੈ ਜਿਹੜਾ ਉਹ ਕਰਵਾਉਣਾ ਚਾਹੁੰਦੇ ਹੋ। ਸਰਟੀਫਿਕੇਟ ਕੋਰਸ ਤੋਂ ਬੇਸਿਕਲੀ ਸ਼ੁਰੂ ਹੁੰਦਾ। ਸਰਟੀਫਿਕੇਟ ਕੋਰਸ ਹੁੰਦਾ ਜੀ 6 ਵੀਕ ਦਾ। ਇੱਕ ਸਰਟੀਫਿਕੇਟ ਕੋਰਸ ਹੈ ਜਿਹੜਾ ਮੇਰਾ ਖਿਆਲ 6 ਮਹੀਨੇ ਦਾ ਵੀ ਕਰਵਾਇਆ ਜਾਂਦਾ। ਇਹਦੇ ਵਿੱਚ ਐਡਵਾਂਸ ਸਰਟੀਫਿਕੇਟ ਕੋਰਸ ਬੋਲ ਦਿੰਦੇ ਨੇ। ਡਿਪਲੋਮਾ ਜਿਹੜਾ ਉਹ 1 ਸਾਲ ਦਾ ਹੁੰਦਾ, ਗ੍ਰੈਜੂਏਸ਼ਨ ਤੋਂ ਬਾਅਦ ਕਰ ਸਕਦੇ ਹੋ। BA ਕਰ ਸਕਦੇ ਹੋ ਤੁਸੀਂ ਯੋਗਾ ਦੇ ਵਿੱਚ, ਯੋਗ ਕਹਿੰਦੇ ਆ ਬੇਸਿਕਲੀ ਹੈ ਨਾ, ਤੇ MA ਕਰ ਸਕਦੇ ਹੋ ਤੁਸੀਂ ਯੋਗ ਦੇ ਵਿੱਚ। ਤਾਂ ਸੇਮ ਪੋਸਟਾਂ ਜਿਹੜੀਆਂ ਇਹਦੀਆਂ ਸੇਮ ਰਹਿਣਗੀਆਂ ਕਿ MA ਕਰਕੇ ਤੁਸੀਂ ਜੇਕਰ ਸਕੂਲ ਲੈਕਚਰਰ ਤੇ ਜਾਂ ਫਿਰ ਕਾਲਜ ਅਸਿਸਟੈਂਟ ਪ੍ਰੋਫੈਸਰ ਹੈ ਜਿਹੜਾ ਉਹਦੇ ਲਈ ਜਾ ਸਕਦੇ। ਇਹ ਹੈਗੇ ਨੇ ਯੋਗ ਦੇ ਕੋਰਸਿਸ। ਯੋਗ ਤੋਂ ਬਾਅਦ ਅਸੀਂ ਦੇਖਦੇ ਹਾਂ ਜੀ ਫਿਜ਼ੀਓਥੈਰੇਪੀ ਦੇਖਦੇ ਹਾਂ, ਸਪੋਰਟਸ ਕੋਚਿੰਗ ਦੇਖ ਲਓ। ਸਪੋਰਟਸ ਕੋਚਿੰਗ ਵੀ ਜਿਹੜਾ ਅਸੀਂ ਨੇ ਗੱਲ ਕੀਤੀ ਸੀ ਪਹਿਲਾਂ, NIST ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ, ਜਿਹੜਾ ਕਿ ਪਟਿਆਲੇ ਵਿਖੇ ਹੈਗਾ ਹੈ ਨਾ। ਇਹ ਬਣਿਆ ਸੀਗਾ 1961 ਦੇ ਵਿੱਚ। ਤਾਂ ਇੱਥੇ ਸਰਟੀਫਿਕੇਟ ਕੋਰਸ ਕਰਵਾਇਆ ਜਾਂਦਾ ਜੀ, ਸਰਟੀਫਿਕੇਟ ਕੋਰਸ ਇਨ ਸਪੋਰਟਸ ਕੋਚਿੰਗ, ਸਰਟੀਫਿਕੇਟ ਕੋਰਸ ਇਨ ਸਪੋਰਟਸ ਕੋਚਿੰਗ। ਤਾਂ ਇਹ ਹੈਗਾ ਜੀ ਉਹੀ 6 ਹਫ਼ਤੇ ਦਾ। ਜੇਕਰ ਅਸੀਂ ਕਿਸੇ ਸਕੂਲਾਂ ਦੇ ਵਿੱਚ ਜਾ ਕੇ ਬੇਸਿਕ ਟ੍ਰੇਨਿੰਗ ਦੇਣੀ ਹੋਵੇ ਨਾ, ਅਸੀਂ +2 ਤੋਂ ਬਾਅਦ ਇਹ ਕੋਰਸ ਕਰ ਸਕਦੇ ਹਾਂ। 6 ਹਫ਼ਤੇ ਦਾ ਹੈਗਾ ਆਫਟਰ +2 ਹੁੰਦਾ ਹੈ। ਇਸ ਤੋਂ ਬਿਨਾਂ ਅਸੀਂ ਐਡਵਾਂਸ ਆ ਜਿਹੜਾ ਐਡਵਾਂਸ ਸਰਟੀਫਿਕੇਟ ਕੋਰਸ ਕਰ ਸਕਦੇ ਹਾਂ ਸਪੋਰਟਸ ਕੋਚਿੰਗ ਦੇ ਵਿੱਚ। ਇਹ ਜਿਹੜਾ ਜੀ ਇਹ ਆਫਟਰ +2 ਹੁੰਦਾ ਹੈ, 6 ਮੰਥ ਦਾ ਹੀ ਹੁੰਦਾ ਹੈ ਜੀ। ਪਰ ਇਹਨੂੰ ਕਰਨ ਦੇ ਲਈ ਤੁਹਾਡਾ ਨੈਸ਼ਨਲ ਲੈਵਲ ਤੇ ਖੇਡਿਆ ਹੋਣਾ ਜ਼ਰੂਰੀ ਹੁੰਦਾ। ਜੇਕਰ ਤੁਸੀਂ ਨੈਸ਼ਨਲ ਲੈਵਲ ਤੱਕ ਖੇਡੇ ਹੋ ਤਾਂ ਤੁਹਾਡੀ ਮੈਰਿਟ ਬਣੂਗੀ ਉਸ ਹਿਸਾਬ ਦੇ ਨਾਲ, ਤਾਂ ਤੁਸੀਂ ਇਹਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ। ਜਿਵੇਂ ਸਾਡੇ NIS ਪਟਿਆਲਾ ਦੇ ਵਿੱਚ ਕਰਵਾਇਆ ਜਾਂਦਾ ਤੇ ਜਾਂ ਫਿਰ ਬੰਗਲੌਰ ਨੇ ਜਿਹੜੇ ਉਹ ਕੋਰਸਿਸ ਕਰਵਾਏ ਜਾਂਦੇ ਨੇ। ਇਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਜੀ ਡਿਪਲੋਮਾ ਆ ਜਾਂਦਾ, ਡਿਪਲੋਮਾ ਇਨ ਸਪੋਰਟਸ ਕੋਚਿੰਗ। ਡਿਪਲੋਮੇ ਦੇ ਵਿੱਚ ਕੀ ਹੈ, ਤੁਸੀਂ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ। ਗ੍ਰੈਜੂਏਸ਼ਨ ਦੇ ਨਾਲ ਤੁਸੀਂ 2 ਸਾਲ ਇੰਟਰ ਯੂਨੀਵਰਸਿਟੀ ਦੇ ਵਿੱਚ ਖੇਡੇ ਹੋਣੇ ਚਾਹੀਦੇ ਹੋ। ਤੇ ਮੇਰਾ ਖਿਆਲ ਹੁਣ ਤਾਂ ਮੈਡਲ ਹੈ ਜਿਹੜਾ ਉਹ ਵੀ ਕੰਪਲਸਰੀ ਕਰਤਾ ਕਿ ਤੁਹਾਡਾ ਮੈਡਲ ਹੋਣਾ ਚਾਹੀਦਾ, ਤਾਂ ਤੁਸੀਂ ਇਹਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ। ਤਾਂ ਡਿਪਲੋਮਾ ਕਰ ਸਕਦੇ ਹੋ ਤੁਸੀਂ ਸਪੋਰਟਸ ਕੋਚਿੰਗ ਦੇ ਵਿੱਚ। ਤੇ ਇਸੇ ਤਰੀਕੇ ਨਾਲ ਤੁਸੀਂ ਮਾਸਟਰਸ ਕਰ ਸਕਦੇ ਹੋ, ਮਾਸਟਰਸ ਇਨ ਸਪੋਰਟਸ ਕੋਚਿੰਗ। ਇਹ ਡਿਪਲੋਮਾ ਕਰਨ ਤੋਂ ਬਾਅਦ ਤੁਸੀਂ ਮਾਸਟਰਸ ਕਰ ਸਕਦੇ ਹੋ। ਤਾਂ ਜਿੰਨੀਆਂ ਵੀ ਕੋਚਿਸ ਦੀ ਵੈਕੈਂਸੀਜ਼ ਆਉਂਦੀਆਂ ਨੇ, ਚਾਹੇ ਉਹ ਡਿਸਟ੍ਰਿਕਟ ਕੋਚ ਹੋਣ ਤੇ ਚਾਹੇ ਉਹ ਨੈਸ਼ਨਲ ਕੋਚ ਹੋਣ, ਤਾਂ ਉਹਨਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਮਾਸਟਰਸ ਕੀਤੀ ਹੋਈ ਹੈ। ਬਹੁਤ ਸਾਰੀਆਂ ਪੋਸਟਾਂ ਜਿਹੜੀਆਂ ਹੁਣ ਡਿਪਲੋਮਾ ਬੇਸਿਸ ਦੇ ਉੱਪਰ ਵੀ ਆਉਂਦੀਆਂ ਨੇ। ਤਾਂ ਇਹ ਹੈਗੇ ਨੇ ਸਪੋਰਟਸ ਕੋਚਿੰਗ ਦੇ ਨਾਲ ਰਿਲੇਟਡ ਕੋਰਸ ਜਿਹੜੇ ਤੁਸੀਂ ਕਰ ਸਕਦੇ ਹੋ ਜੀ। NIS ਪਟਿਆਲਾ ਤੋਂ ਕਰ ਸਕਦੇ ਹੋ ਤੇ ਜਾਂ ਫਿਰ ਬੰਗਲੌਰ ਤੋਂ ਕਰ ਸਕਦੇ ਹੋ। ਇਸ ਤੋਂ ਬਾਅਦ ਸਾਡੇ ਕੋਲ ਆ ਜਾਂਦੀ ਹੈ ਜੀ ਫਿਜ਼ੀਓਥੈਰੇਪੀ। ਤਾਂ ਇਹ ਇੱਕ ਜਿਹੜਾ ਫਿਜ਼ੀਓਥੈਰੇਪੀ ਹੈਗਾ ਇੱਕ ਬਹੁਤ ਜ਼ਿਆਦਾ ਇਵੋਲਵਿੰਗ ਪ੍ਰੋਜੈਕਟ ਕਹਿ ਸਕਦੇ ਹੋ ਨਾ ਅੱਜ ਦੇ ਟਾਈਮ ਦੇ ਵਿੱਚ ਹੈਗਾ, ਕਿਉਂਕਿ ਸੱਟਾਂ ਨੇ ਜਿਹੜੀਆਂ ਸਾਡੇ ਘਰਾਂ ਦੇ ਵਿੱਚ ਵੀ ਆਮ ਲੱਗ ਰਹੀਆਂ ਨੇ ਤੇ ਖੇਡਣ ਵੇਲੇ ਤਾਂ ਸੱਟਾਂ ਲੱਗਦੀਆਂ ਹੀ ਲੱਗਦੀਆਂ। ਤੇ ਕਈ ਵਾਰ ਕੀ ਹੁੰਦਾ ਕੀ ਹੈ ਕਿ ਅਸੀਂ ਹਰ ਵਾਰ ਜਦੋਂ ਡਾਕਟਰ ਕੋਲ ਜਾਂਦੇ ਹਾਂ, ਡਾਕਟਰਾਂ ਕੋਲ ਇਹਨਾਂ ਦਾ ਇਲਾਜ ਨਹੀਂ ਹੁੰਦਾ, ਤਾਂ ਬੇਸਿਕਲੀ ਸਾਨੂੰ ਫਿਜ਼ੀਓਥੈਰੇਪਿਸਟ ਕੋਲ ਰੈਫਰ ਕੀਤਾ ਜਾਂਦਾ ਜਦੋਂ ਕੋਈ ਐਵੇਂ ਦੀ ਸੱਟ ਲੱਗਦੀ ਹੈ ਸਪੋਰਟਸ ਦੇ ਵਿੱਚ। ਤੇ ਅੱਜ ਕੱਲ੍ਹ ਤਾਂ ਜਿਹੜਾ ਸਪੋਰਟਸ ਫਿਜ਼ੀਓਥੈਰੇਪਿਸਟ ਹੈ ਉਹ ਟੀਮ ਦੇ ਨਾਲ ਹੀ ਹੈ ਨਾ ਜਾਂਦਾ। ਤਾਂ ਇੱਕ ਇਹ ਡਿਪਾਰਟਮੈਂਟ ਹੈਗਾ ਜੀ ਫਿਜ਼ੀਓਥੈਰੇਪੀ। ਤਾਂ ਫਿਜ਼ੀਓਥੈਰੇਪੀ ਬੜਾ ਇੱਕ ਨਾ ਇਵੋਲਵਿੰਗ ਅਸੀਂ ਫੀਲਡ ਕਹਿ ਸਕਦੇ ਹਾਂ ਅੱਜ ਦੇ ਟਾਈਮ ਦੇ ਵਿੱਚ ਹੈਗਾ।
ਤਾਂ ਫਿਜ਼ੀਓਥੈਰੇਪੀ ਦੇ ਵਿੱਚ ਤੁਸੀਂ ਜਿਵੇਂ ਅਸੀਂ BA ਕੀਤੀ ਸੀਗੀ ਫਿਜ਼ੀਕਲ ਐਜੂਕੇਸ਼ਨ ਦੀ, ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ, ਜਿਵੇਂ BA ਅਸੀਂ ਯੋਗ ਦੀ ਕੀਤੀ ਸੀ, ਸੇਮ ਅਸੀਂ BA ਕਰ ਸਕਦੇ ਹਾਂ ਜੀ ਫਿਜ਼ੀਓਥੈਰੇਪੀ ਦੀ, ਜਿਹਨੂੰ ਅਸੀਂ ਕਹਿ ਦਿੰਦੇ ਹਾਂ BPT। ਤਾਂ ਬੈਚਲਰ ਆਫ ਫਿਜ਼ੀਓਥੈਰੇਪੀ ਤੁਸੀਂ ਕਰ ਸਕਦੇ ਹੋ। ਤੁਸੀਂ ਆਪਣੇ ਸੈਂਟਰ ਨੇ ਜਿਹੜੇ ਕਿਸੇ ਜਿੱਥੇ ਵੀ ਤੁਸੀਂ ਰਹਿੰਦੇ ਹੋਗੇ ਤੁਸੀਂ ਦੇਖਿਆ ਹੋਊਗਾ ਬਹੁਤ ਘੱਟ ਸੈਂਟਰ ਨੇ ਜਿਹੜੇ ਜਾਂ ਯੋਗ ਦੇ ਤੇ ਜਾਂ ਫਿਰ ਫਿਜ਼ੀਓਥੈਰੇਪੀ ਦੇ ਬਹੁਤ ਘੱਟ ਸੈਂਟਰ ਮਿਲਦੇ ਨੇ ਰਿਹੈਬਿਲਾਈਟੇਸ਼ਨ ਦੇ ਲਈ। ਤਾਂ ਤੁਸੀਂ ਜ਼ਰੂਰੀ ਨਹੀਂ ਕਿ ਗਵਰਨਮੈਂਟ ਜੋਬ ਹੀ ਲੈਣੀ ਹੈ, ਤਾਂ ਫਿਜ਼ੀਓਥੈਰੇਪੀ ਕਰਕੇ ਤੁਸੀਂ ਆਪਣੇ ਨੇੜੇ ਕੋਈ ਸੈਂਟਰ ਖੋਲ੍ਹ ਕੇ ਬੈਠ ਸਕਦੇ ਹੋ ਜਿੱਥੇ ਤੁਸੀਂ ਲੋਕਾਂ ਦੀਆਂ ਸੱਟਾਂ ਦਾ ਇਲਾਜ ਹੈ ਜਿਹੜਾ ਉਹ ਕਰ ਸਕਦੇ ਹੋ। ਤਾਂ BPT ਸੇਮ +2 ਤੋਂ ਬਾਅਦ ਹੁੰਦੀ ਹੈ ਜੀ, 3 ਸਾਲ ਦੀ ਹੁੰਦੀ ਹੈ। ਪੋਸਟ ਕਿੱਥੇ ਮਿਲੂਗੀ ਤੁਹਾਨੂੰ? ਨੌਕਰੀ ਜਿੱਥੇ ਕਿਤੇ ਫਿਜ਼ੀਓਥੈਰੇਪੀ ਦੀ ਪੋਸਟ ਆਏਗੀ। ਸੇਮ ਤੁਸੀਂ ਮਾਸਟਰਸ ਕਰ ਸਕਦੇ ਹੋ, MPT ਕਹਿੰਦੇ ਹਾਂ ਜਿਹਨੂੰ ਅਸੀਂ, ਮਾਸਟਰ ਆਫ ਫਿਜ਼ੀਓਥੈਰੇਪੀ। ਇਹਦੇ ਲਈ ਤੁਹਾਡਾ ਕੀ ਕੀਤਾ ਹੋਣਾ ਚਾਹੀਦਾ? BPT ਕੀਤਾ ਹੋਣਾ ਚਾਹੀਦਾ। ਕਿੰਨੇ ਟਾਈਮ ਦਾ ਜੀ? 2 ਇਅਰਸ। ਤਾਂ ਇਹ ਹੈਗੇ ਨੇ ਕੋਰਸਿਸ ਫਿਜ਼ੀਓਥੈਰੇਪੀ ਦੇ। ਇਸ ਤੋਂ ਬਿਨਾਂ ਜੀ ਤੁਸੀਂ ਜਾ ਸਕਦੇ ਹੋ ਜੀ ਸਪੋਰਟਸ ਸਾਈਕੋਲੋਜਿਸਟ। ਤਾਂ ਹਰ ਇੱਕ ਟੀਮ ਨਾਲ ਅੱਜ ਕੱਲ੍ਹ ਸਪੋਰਟਸ ਸਾਈਕੋਲੋਜਿਸਟ ਜਿਹੜਾ ਉਹ ਵੀ ਹੁੰਦਾ ਜੀ। ਤਾਂ ਤੁਸੀਂ BA ਕਰਨ ਤੋਂ ਬਾਅਦ MA ਕਰਕੇ, MA ਦੇ ਵਿੱਚ ਜਦੋਂ MA ਸਾਈਕੋਲੋਜੀ ਕਰਦੇ ਹੋ ਤਾਂ ਉੱਥੇ ਲਾਸਟ ਸਮੈਸਟਰ ਦੇ ਵਿੱਚ ਇੱਕ ਆਪਸ਼ਨ ਹੁੰਦੀ ਹੈ ਕਿ ਤੁਸੀਂ ਇੱਕ ਵਿਸ਼ਾ ਜਿਹੜਾ ਉਹ ਚੂਜ਼ ਕਰਨਾ ਹੁੰਦਾ ਕਿ ਤੁਸੀਂ ਸਾਈਕੋਲੋਜੀ ਦੇ ਕਿਸ ਵਿਸ਼ੇ ਦੇ ਉੱਪਰ ਕੰਮ ਕਰੋਗੇ, ਕਿਉਂਕਿ ਸਾਈਕੋਲੋਜੀ ਦੇ ਵੀ ਸਬ ਡਿਸਿਪਲਿਨ ਬਹੁਤ ਜ਼ਿਆਦਾ ਨੇ ਕਿ ਤੁਸੀਂ ਕਲੀਨਿਕਲ ਸਾਈਕੋਲੋਜੀ ਦੇ ਵਿੱਚ ਜਾਣਾ ਹੈ, ਕ੍ਰਿਮੀਨਲ ਸਾਈਕੋਲੋਜੀ ਦੇ ਵਿੱਚ ਜਾਣਾ ਤੇ ਜਾਂ ਫਿਰ ਤੁਸੀਂ ਨੇ ਸਪੋਰਟਸ ਸਾਈਕੋਲੋਜੀ ਦੇ ਵਿੱਚ ਜਾਣਾ। ਤੇ ਜੇਕਰ ਤੁਸੀਂ ਉੱਥੇ ਆਪਣੀ ਸਪੈਸ਼ਲਾਈਜੇਸ਼ਨ ਸਪੋਰਟਸ ਰੱਖਦੇ ਹੋ ਤਾਂ ਤੁਸੀਂ ਐਜ਼ ਏ ਸਪੋਰਟਸ ਸਾਈਕੋਲੋਜਿਸਟ ਵੀ ਟੀਮਾਂ ਦੇ ਨਾਲ ਵਿਚਰ ਸਕਦੇ ਹੋ। ਇਸ ਤੋਂ ਬਾਅਦ ਜੀ ਸਪੋਰਟਸ ਸਾਈਕੋਲੋਜਿਸਟ ਬਣ ਸਕਦੇ ਹੋ ਤੁਸੀਂ ਸਪੋਰਟਸ ਜਰਨਲਿਸਟ। ਸਪੋਰਟਸ ਜਰਨਲਿਸਟ ਵੀ ਤੁਸੀਂ ਬਣ ਸਕਦੇ ਹੋ ਜੀ। ਸਪੋਰਟਸ ਦੇ ਬਾਰੇ ਖਬਰਾਂ ਦੇਣੀਆਂ ਤਾਂ ਤੁਸੀਂ ਦੇਖਦੇ ਹੋਵੋਗੇ ਕਿ ਜਿਹੜਾ ਵੀ ਨਿਊਜ਼ਪੇਪਰ ਤੁਸੀਂ ਪੜ੍ਹਦੇ ਹੋ, ਹਰ ਇੱਕ ਨਿਊਜ਼ਪੇਪਰ ਦੇ ਵਿੱਚ ਇੱਕ ਜਿਹੜਾ ਪੂਰਾ ਪੇਜ ਹੈ ਉਹ ਸਪੋਰਟਸ ਦੇ ਲਈ ਰਿਜ਼ਰਵ ਰੱਖਿਆ ਜਾਂਦਾ ਹੈ। ਤਾਂ ਉਹ ਜਿਹੜਾ ਪੇਜ ਲਿਖਿਆ ਜਾਂਦਾ ਉਹ ਕਿਹਦੇ ਦੁਆਰਾ ਲਿਖਿਆ ਜਾਂਦਾ ਜੀ? ਸਪੋਰਟਸ ਜਰਨਲਿਸਟ ਦੇ ਦੁਆਰਾ ਲਿਖਿਆ ਜਾਂਦਾ। ਤਾਂ ਤੁਸੀਂ ਜਰਨਲਿਜ਼ਮ ਦੇ ਵਿੱਚ MA ਕਰਕੇ ਜਾਂ ਮਾਸਟਰਸ ਕਰਕੇ ਸਪੋਰਟਸ ਦੇ ਵਿੱਚ ਸਪੈਸ਼ਲਾਈਜੇਸ਼ਨ ਕਰਕੇ ਤੁਸੀਂ ਸਪੋਰਟਸ ਜਰਨਲਿਸਟ ਜਿਹੜਾ ਉਹ ਬਣ ਸਕਦੇ ਹੋ। ਇਸ ਤੋਂ ਬਿਨਾਂ ਜੀ ਸਪੋਰਟਸ ਜਰਨਲਿਸਟ ਤੋਂ ਬਿਨਾਂ ਤੁਸੀਂ ਸਪੋਰਟਸ ਰਾਈਟਰ ਬਣ ਸਕਦੇ ਹੋ। ਸਪੋਰਟਸ ਦੇ ਨਾਲ ਤੁਸੀਂ ਆਰਟੀਕਲ ਲਿਖ ਸਕਦੇ ਹੋ, ਕਿਤਾਬਾਂ ਲਿਖ ਸਕਦੇ ਹੋ। ਜਿਵੇਂ ਸਾਡੇ ਪ੍ਰਿੰਸੀਪਲ ਸਰਪੰਚ ਸਿੰਘ ਜੀ ਹੈਗੇ ਨੇ ਜਿਨ੍ਹਾਂ ਨੂੰ ਖੇਡ ਸਾਹਿਤ ਦਾ ਬਾਬਾ ਬੋੜ ਦਾ ਅਵਾਰਡ ਮਿਲ ਕੇ ਹਟਿਆ ਪਿੱਛੇ ਹੈ ਨਾ, ਤਾਂ ਉਹਨਾਂ ਨੇ ਖੇਡਾਂ ਦੇ ਖੇਤਰ ਦੇ ਵਿੱਚ ਬਹੁਤ ਹੀ ਜ਼ਿਆਦਾ ਕੰਮ ਕੀਤਾ। ਜਿਹੜੇ ਖਿਡਾਰੀਆਂ ਦੀ ਜ਼ਿੰਦਗੀ ਬਾਰੇ ਕਿ ਉਹਨਾਂ ਨੇ ਕਿੰਨਾ ਸੰਘਰਸ਼ ਕੀਤਾ ਹੈ ਨਾ, ਜਿਹੜਾ ਸਾਨੂੰ ਨਹੀਂ ਪਤਾ ਸੀਗਾ। ਤਾਂ ਜਿਵੇਂ ਜਿਮ ਥੋਰਪੇ ਦੀ ਕਹਾਣੀ ਹੈ ਕਿ ਸਾਨੂੰ ਉਹਦੇ ਬਾਰੇ ਨਹੀਂ ਪਤਾ ਸੀ, ਤਾਂ ਪ੍ਰਿੰਸੀਪਲ ਸਰਪੰਚ ਸਿੰਘ ਹੋਰਾਂ ਨੇ ਇਸ ਤਰੀਕੇ ਨਾਲ ਬਿਆਨ ਕੀਤੀ ਹੈ ਕਿ ਤੁਹਾਨੂੰ ਇੱਕ ਇੱਕ ਦ੍ਰਿਸ਼ ਹੈ ਜਿਹੜਾ ਤੁਹਾਡੀਆਂ ਅੱਖਾਂ ਦੇ ਅੱਗੇ ਘੁੰਮ ਜਾਂਦਾ। ਤਾਂ ਤੁਸੀਂ ਸਪੋਰਟਸ ਰਾਈਟਰ ਦਾ ਕੰਮ ਕਰ ਰਹੇ ਹੋ। ਸਾਡੇ ਡਾਕਟਰ ਬਲਜਿੰਦਰ ਸਰ ਨੇ ਜਿਹੜੇ ਅੱਜ ਕੱਲ੍ਹ ਸੁਧਾਰ ਕਾਲਜ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ, ਤਾਂ ਉਹ ਵੀ ਅੱਜ ਕੱਲ੍ਹ ਜਿਹੜਾ ਸਪੋਰਟਸ ਰਾਈਟਰ ਦਾ ਕੰਮ ਕਰ ਰਹੇ ਨੇ। ਉਹ ਵੀ ਉਹਨਾਂ ਦੇ ਆਰਟੀਕਲ ਆਮ ਅਖਬਾਰਾਂ ਦੇ ਵਿੱਚ ਆਉਂਦੇ ਰਹਿੰਦੇ ਨੇ। ਸਪੋਰਟਸ ਰਾਈਟਰ ਦਾ ਕੰਮ ਕਰ ਸਕਦੇ ਹੋ ਜੀ। ਸਪੋਰਟਸ ਆਫੀਸ਼ੀਅਲ ਦੇ ਟੈਸਟ ਹੁੰਦੇ ਰਹਿੰਦੇ ਨੇ ਜੀ ਸਮੇਂ ਦੇ। ਤਾਂ ਸਪੋਰਟਸ ਆਫੀਸ਼ੀਅਲ ਦਾ ਜਿਹੜਾ ਇਹਦੇ ਕੈਂਪ ਲੱਗਦੇ ਰਹਿੰਦੇ ਨੇ। ਤਾਂ ਇੱਥੇ ਜਾ ਕੇ ਵੀ ਤੁਸੀਂ ਸਪੋਰਟਸ ਆਫੀਸ਼ੀਅਲ ਜੇਕਰ ਤੁਹਾਨੂੰ ਉਹ ਸਰਟੀਫਿਕੇਟ ਦੇ ਦਿੰਦੇ ਨੇ ਤਾਂ ਤੁਸੀਂ ਸਪੋਰਟਸ ਆਫੀਸ਼ੀਅਲ ਹੈ ਜਿਹੜਾ ਉਹ ਵੀ ਬਣ ਸਕਦੇ ਹੋ। ਸਪੋਰਟਸ ਆਫੀਸ਼ੀਅਲ ਤੋਂ ਬਾਅਦ ਜੀ ਤੁਸੀਂ ਕਮੈਂਟੇਟਰ, ਜੇ ਤੁਸੀਂ ਕਬੱਡੀ ਦੇਖਦੇ ਹੋ ਤਾਂ ਕਬੱਡੀ ਦੀ ਜਿਹੜੀ ਗੇਮ ਹੈ ਜੇਕਰ ਬਿਨਾਂ ਕਮੈਂਟਰੀ ਤੋਂ ਅਸੀਂ ਦੇਖੀਏ ਬਿਲਕੁਲ ਵਧੀਆ ਨਹੀਂ ਲੱਗਦੀ। ਤਾਂ ਕਬੱਡੀ ਦੇ ਵਿੱਚ ਜਾਨ ਪਾਉਣ ਦਾ ਕੰਮ ਕੌਣ ਕਰਦਾ? ਕਮੈਂਟਰੀ ਕਰਦੀ ਹੈ ਜੀ। ਸੇਮ ਕ੍ਰਿਕਟ ਦੇਖ ਲਓ, ਇਸ ਵਾਰ IPL ਹੋਈ ਹੈ ਤਾਂ ਉਹਨਾਂ ਨੇ ਮਲਟੀਲਿੰਗੁਅਲ ਕਰਤਾ ਨਾ ਕਿ ਲੈਂਗੁਏਜ ਸੀ ਜਿਹੜੀ ਉਹ ਪਹਿਲਾਂ ਇਕੱਲੀ ਹਿੰਦੀ ਇੰਗਲਿਸ਼ ਹੁੰਦੀ ਸੀ, ਇਸ ਵਾਰ ਪੰਜਾਬੀ ਦੇ ਵਿੱਚ ਵੀ ਤੁਸੀਂ ਕਮੈਂਟਰੀ ਸੀ ਜਿਹੜੀ ਸੁਣ ਸਕਦੇ ਸੀ। ਤਾਂ ਜਿਹੜਾ ਬੰਦਾ ਪੰਜਾਬੀ ਦੇ ਵਿੱਚ ਕਮੈਂਟਰੀ ਕਰ ਰਿਹਾ ਹੈ ਤਾਂ ਇਟ ਮੀਨਸ ਕਿ ਉਹ ਸਪੋਰਟਸ ਕਮੈਂਟੇਟਰ ਹੈਗਾ। ਤਾਂ ਤੁਸੀਂ ਸਪੋਰਟਸ ਦੇ ਵਿੱਚ ਕਮੈਂਟਰੀ ਵੀ ਕਰ ਸਕਦੇ ਹੋ। ਤਾਂ ਇੰਨੇ ਸਾਰੇ ਜੀ ਸਪੋਰਟਸ ਦੇ ਵਿੱਚ ਨੇ ਜਿਹੜੇ ਸਕੋਪ ਹੈਗੇ ਨੇ। ਇਸ ਤੋਂ ਬਿਨਾਂ ਹੈਗਾ ਜੀ ਸਪੋਰਟਸ ਬਿਜ਼ਨਸਮੈਨ ਦਾ ਰੋਲ, ਕਿਉਂਕਿ ਜਿਹੜਾ ਸਪੋਰਟਸ ਦਾ ਇਕਵਿਪਮੈਂਟ ਹੈਗਾ ਇਹ ਵੀ ਕੋਈ ਨਾ ਕੋਈ ਤਿਆਰ ਕਰਦਾ ਹੈ ਨਾ। ਸਪੋਰਟਸ ਜਿਹੜੇ ਗੁਡਸ ਹੈਗੇ ਨੇ
ਜਿਹੜਾ ਸਪੋਰਟਸ ਦੇ ਨਾਲ ਰਿਲੇਟਡ ਸਮਾਨ ਤਿਆਰ ਕਰਨਾ, ਕੋਈ ਜਿਹੜਾ ਵੀ ਤੁਸੀਂ ਕਬੱਡੀ ਮੈਟਾਂ 'ਤੇ ਖੇਡੀ ਜਾਂਦੀ ਹੈ ਤਾਂ ਮੈਟ ਵੀ ਕੋਈ ਫਰਮ ਬਣਾਉਂਦੀ ਹੈ, ਕ੍ਰਿਕਟ ਬੈਟ ਨਾਲ ਖੇਡੀ ਜਾਂਦੀ ਹੈ, ਬੈਟ ਵੀ ਕੋਈ ਕੰਪਨੀ ਹੈ ਜਿਹੜੀ ਤਿਆਰ ਕਰਦੀ ਹੈ ਨਾ। ਤਾਂ ਖੇਡਾਂ ਦਾ ਸਮਾਨ ਤਿਆਰ ਕਰਨ ਦਾ ਤੁਸੀਂ ਆਪਣਾ ਜਿਹੜਾ ਕੰਮ ਹੈ ਉਹ ਵੀ ਕਰ ਸਕਦੇ ਹੋ। ਸਪੋਰਟਸ ਦਾ ਜਿਹੜਾ ਆਪਣਾ ਗੁੱਡਸ ਦਾ ਬਿਜ਼ਨਸ ਹੈਗਾ ਇਹ ਵੀ ਤੁਸੀਂ ਆਪਣਾ ਰਨ ਕਰ ਸਕਦੇ ਹੋ। ਤਾਂ ਬਹੁਤ ਸਾਰੇ ਸਕੋਪ ਨੇ ਜਿਹੜੇ ਉਹ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਹੈਗੇ ਨੇ ਜੀ, ਜਿਹੜੇ ਤੁਸੀਂ ਕਰ ਸਕਦੇ ਹੋ। ਪਰ ਗੱਲ ਇਹ ਹੈ ਕਿ ਜਿਹੜੀ ਵੀ ਚੀਜ਼ ਕਰਨੀ ਅਸੀਂ ਨੇ ਸਾਨੂੰ ਉਹਦੇ ਵਿੱਚ ਐਕਸੀਲੈਂਸੀ ਲੈ ਕੇ ਆਣੀ ਪਏਗੀ, ਹੈ ਨਾ। ਅਸੀਂ ਭੀੜ ਦੇ ਲਾਸਟ ਲਾਈਨ ਤੇ ਖੜ ਕੇ ਕਿਸੇ ਨੂੰ ਤਾਨੇ ਦੇਣੇ ਨੇ ਤੇ ਜਾਂ ਫਿਰ ਸਾਰਿਆਂ ਦੇ ਅੱਗੇ ਆ ਕੇ ਅਸੀਂ ਨਹੀਂ ਕਹਿਣਾ ਕਿ ਹਾਂ ਅਸੀਂ ਬੈਸਟ ਹਾਂ ਤੇ ਇਹ ਜਿਹੜੀ ਜੌਬ ਹੈ, ਇਹ ਪੋਸਟ ਹੈ ਜਿਹੜੀ ਸਾਡੇ ਲਈ ਬਣੀ ਹੈ। ਤਾਂ ਇਹ ਤੁਹਾਡੇ ਉੱਪਰ ਨਿਰਭਰ ਕਰਦਾ ਹੈ। ਇੰਨੇ ਸਾਰੇ ਕੋਰਸਿਸ ਹੈਗੇ ਨੇ, ਆਫਟਰ +2 ਕਰ ਸਕਦੇ ਹੋ, ਆਫਟਰ ਗ੍ਰੈਜੂਏਸ਼ਨ ਕਰ ਸਕਦੇ ਹੋ, ਆਫਟਰ ਪੋਸਟ ਗ੍ਰੈਜੂਏਟ ਡਿਪਲੋਮਾਸ ਕਰ ਸਕਦੇ ਹੋ ਤੁਸੀਂ। ਤੇ ਇਹਨਾਂ ਨੂੰ ਕਰਨ ਤੋਂ ਬਾਅਦ ਤੁਸੀਂ ਬਹੁਤ ਸਾਰੇ ਕੈਰੀਅਰ ਨੇ ਜਿਹੜੇ ਉਹ ਚੂਜ਼ ਕਰ ਸਕਦੇ ਹੋ ਇਨ ਦਾ ਫੀਲਡ ਆਫ ਫਿਜ਼ੀਕਲ ਐਜੂਕੇਸ਼ਨ। ਤਾਂ ਦੋਸਤੋ ਇਹ ਸੀ ਸਾਡੀ ਅੱਜ ਦੀ ਕਲਾਸ ਅਬਾਊਟ ਕੈਰੀਅਰ ਇਨ ਫਿਜ਼ੀਕਲ ਐਜੂਕੇਸ਼ਨ। ਅਗਲੀ ਕਲਾਸ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਜੀ ਸਪੋਰਟਸ ਅਵਾਰਡਸ। ਤਾਂ ਇਹਦੇ ਵਿੱਚੋਂ ਜੇ ਕਿਸੇ ਵੀ ਸਟੂਡੈਂਟ ਦੀ ਕੋਈ ਕੁਐਰੀ ਹੋਵੇ ਤਾਂ ਕਮੈਂਟ ਕਰਕੇ ਦੱਸ ਸਕਦਾ ਜੀ। ਧੰਨਵਾਦ।